23-24 ਸਾਲ ਦਾ ਨੌਜਵਾਨ ਅਜੇ ਕੁਆਰਾ ਸੀ, ਵਿਆਹ ਨਹੀਂ ਸੀ ਕਰਾਇਆ। ਨਹਿਰੀ ਮਹਿਕਮੇ 'ਚ ਬੇਲਦਾਰ ਲੱਗਿਆ ਸੀ ਜੀ। ਤਾਂ ਰੋਜ਼ਾਨਾ ਦੀ ਤਰ੍ਹਾਂ ਉਹ 14/2/1995 ਨੂੰ ਘਰੋਂ ਡਿਊਟੀ ਤੇ ਜਾਂਦਾ ਵਾ, ਪਰ ਵਾਪਸ ਮੁੜ ਕੇ ਨਹੀਂ ਆਉਂਦਾ। ਮਹਿਕਮੇ ਵਾਲੇ ਐਸਡੀਓ ਨੇ ਕਹਿਤਾ ਬਈ ਜਿਹੜੇ ਇਸ ਤਰ੍ਹਾਂ ਬੰਦੇ ਗੁੰਮ ਹੋ ਜਾਂਦੇ ਆ 7 ਸਾਲ ਇੰਡੀਅਨ ਐਵੀਡੈਂਸ ਐਕਟ ਦੇ ਮੁਤਾਬਕ 7 ਸਾਲਾਂ ਬਾਅਦ ਤੁਸੀਂ ਆਇਓ, ਉਦੋਂ ਤੱਕ ਵੇਟ ਕਰੋ। ਇਹ ਵੀ ਇਹਦਾ ਜਿਹੜਾ ਜਿੰਨਾ ਬਕਾਇਆ ਵਾ ਉਹ ਦਿਓ ਤੇ ਪੈਨਸ਼ਨ ਦਿਓ। 4 ਕਿਸਮ ਦਾ ਬਕਾਇਆ ਸੀ, ਉਹ ਦਿਓ ਤੇ ਇਹਨੂੰ ਪੈਨਸ਼ਨ ਦਿਓ। ਫਿਰ ਕੀ ਕਹਿੰਦੇ ਪਲੱਸ ਸੀਗਾ ਵੀ ਇਹਨਾਂ ਦੇ ਜਿਹੜੇ ਵਾਰਸ ਹੈਗੇ ਆ ਉਹਦੇ ਇੱਕ ਬੱਚੇ ਨੂੰ ਨੌਕਰੀ ਦਿਓ। ਪਰ ਥਾਣੇ ਸੁਧਾਰ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਅਸੀਂ ਜੀ ਰਪਟ ਦਰਜ ਕਰਾਈ ਸੀ, ਤਾਂ ਉਹ ਕਹਿੰਦੇ ਜੀ ਉਹ ਰਿਕਾਰਡ ਤਾਂ ਅਸੀਂ ਸਾੜਤਾ। ਤੇ ਵੀ ਰੂਲ ਇਹ ਕਹਿੰਦੇ ਆ ਵੀ ਜਦੋਂ ਰਪਟ ਦਰਜ ਹੋ ਜੇ ਤਾਂ ਫਿਰ ਤੁਸੀਂ ਉਹ ਤੋਂ ਸਾਲ ਬਾਅਦ ਤੋਂ ਮਤਲਬ ਪੈਨਸ਼ਨ ਲਾਉਣੀ, ਜਾਣੀ ਦੀ ਕਹਿ ਲਈਏ 96 ਤੋਂ ਪੈਨਸ਼ਨ ਲੱਗਣੀ ਚਾਹੀਦੀ ਹੈ। ਤੇ ਉਹ ਸਾਰਾ ਜਿਹੜਾ ਏਰੀਅਰ ਉਹ ਬਣਨਾ ਚਾਹੀਦਾ। ਹੁਣ ਇਹਦਾ ਇੱਕ ਤੀਜਾ ਕੇਸ ਉਹ ਸਾਡਾ 1625/18 ਇਹ ਅਸੀਂ ਲਾਇਆ। ਉਹ ਜਿਹੜੇ ਮੁਲਾਜ਼ਮਾਂ ਨੇ ਕੁਤਾਹੀ ਕੀਤੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਪਲੱਸ ਇਹ ਜਿਹੜਾ ਏਰੀਅਰ ਹੈ ਵਿਦ ਵਿਆਜ ਮਿਲਣਾ ਚਾਹੀਦਾ। ਪਰ ਇਹ ਫਿਰ ਰੂਲ ਰੈਗੂਲੇਸ਼ਨ ਦੇ ਬਿਲਕੁਲ ਉਲਟ ਸੀਗਾ। ਟਰਮੀਨੇਸ਼ਨ ਕਰ ਸਕਦੇ ਹੋ ਗੁੰਮਸ਼ੁਦਾ ਵਿਅਕਤੀ ਬਿਲਕੁਲ ਨਹੀਂ ਹੋ ਸਕਦੀ ਸੀ, ਬਿਲਕੁਲ ਨਹੀਂ ਸੀ ਹੋ ਸਕਦੀ, ਪਰ ਉਹਨੂੰ ਵਿਚਾਰੇ ਨੂੰ ਕਰਤਾ। ਉਸ ਤੋਂ ਜੇ ਟਰਮੀਨੇਸ਼ਨ ਹੁੰਦੀ ਹੈ ਤਾਂ ਰੂਲ ਹੋਰ ਨੇ ਬੈਨੀਫਿਟਸ ਦੇ, ਜੇ ਗੁੰਮਸ਼ੁਦਾ ਹੁੰਦੇ ਆ ਕੋਈ ਲਾਪਤਾ ਹੁੰਦਾ ਉਹਦੇ ਰੂਲ ਹੋਰ ਨੇ। ਹਾਂ ਬਿਲਕੁਲ। ਉਹ ਵੀ ਨਾ ਕੀਤਾ। ਮਤਲਬ ਇੱਕ ਤਾਂ ਜਵਾਨ ਪੁੱਤ ਚਲੇ ਗਿਆ, ਇੱਕ ਜਿਹੜਾ ਵਿਭਾਗ ਨੇ ਕੋਈ ਮਦਦ, ਕੋਈ ਆਰਥਿਕ ਮਦਦ ਹੋਣੀ ਸੀਗੀ ਐਜ਼ ਏ ਰੂਲ ਰੈਗੂਲੇਸ਼ਨ, ਉਹ ਵੀ ਨਹੀਂ ਹੋਈ ਹੈਗੀ। ਬਿਲਕੁਲ। ਜਿਨ੍ਹਾਂ ਨੇ ਆਪਦੇ ਓਪੀਨੀਅਨ ਦੇ ਵਿੱਚ ਲਿਖਤਾ ਸਾਫ਼ ਕਿ ਵੀ ਬੰਦਾ ਗੁੰਮ ਆ ਤੇ ਗੁੰਮ ਹੋਣ ਦੇ ਰੂਲਾਂ ਮੁਤਾਬਕ ਇਹਨੂੰ ਪੈਨਸ਼ਨ ਦੇਣੀ ਇਹਦੇ ਵਾਰਸਾਂ ਨੂੰ। ਪਰ ਫਿਰ ਵੀ ਦੇਖੋ ਸੱਚੇ ਹੋਣ ਦੇ ਬਾਵਜੂਦ ਤੇ ਆਰਟੀਆਈ 'ਚ ਇਨਫੋਰਮੇਸ਼ਨ ਆਉਣ ਦੇ ਬਾਵਜੂਦ ਤੁਹਾਨੂੰ ਵੀ ਘੱਟੋ ਘੱਟ 8-9 ਸਾਲ ਲੱਗ ਗਏ। ਜੈ ਬਿਲਕੁਲ, ਇਹਦੇ 'ਚ 8-9 ਸਾਲ ਲੱਗ ਗਏ ਤੇ ਕੋਈ 3-4 ਹਜ਼ਾਰ ਚਿੱਠੀਆਂ ਲਿਖੀਆਂ। ਪੁਲਿਸ ਰਪਟ ਦਾ FIR ਦਰਜ ਕਰਕੇ ਤਾਂ ਬੰਦਾ ਲੱਭਣ ਤੇ ਲੱਗੀ ਹੋਈ ਆ। ਇੱਧਰ ਮਾਨਯੋਗ ਅਦਾਲਤ ਨੇ ਡਿਗਰੀ ਦੇਤੀ ਕਿ ਬੰਦਾ ਡੈਡ ਡਿਕਲੇਅਰ। ਚਲੋ ਪੁਲਿਸ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਸਾਡੇ ਦੇਸ਼ ਦੇ ਵਿੱਚ ਇਨਸਾਫ ਲੈਣਾ ਕਿੰਨਾ ਔਖਾ ਹੈ, ਇੱਕ ਅਜਿਹੀ ਹੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਕਿਵੇਂ ਸਾਲਾਂ ਲੱਗ ਜਾਂਦੇ ਨੇ ਇਨਸਾਫ ਲੈਂਦੇ ਲੈਂਦੇ। ਸਾਲਾਂ ਹੀ ਨਹੀਂ ਲੱਗਦੇ ਬਲਕਿ ਦਹਾਕੇ ਲੱਗ ਜਾਂਦੇ ਨੇ। ਅਜਿਹੀ ਹੀ ਇੱਕ ਕਹਾਣੀ ਹੈ ਸੌਦਾਗਰ ਸਿੰਘ ਦੀ, ਜਿਹੜਾ 1995 ਦੇ ਵਿੱਚ ਨਹਿਰੀ ਵਿਭਾਗ ਦੇ ਵਿੱਚ ਬੇਲਦਾਰ ਹੁੰਦਾ ਹੈ ਤੇ ਉਹ ਅਚਾਨਕ 1995 ਦੇ ਵਿੱਚ ਲਾਪਤਾ ਹੋ ਜਾਂਦਾ ਹੈ। ਪਰ ਉਸ ਦਾ ਜੋ ਬੈਨੀਫਿਟਸ ਹੁੰਦੇ ਨੇ ਉਸ ਦੇ ਪਰਿਵਾਰ ਨੂੰ ਮਿਲਣ ਦੇ ਵਿੱਚ 24 ਸਾਲ ਲੱਗ ਜਾਂਦੇ ਨੇ। ਤੇ ਇਹ ਜਿਹੜੀ ਲੰਬੀ ਲੜਾਈ ਲੜੀ ਹੈ ਇਹ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਲੜੀ ਜਾ ਰਹੀ ਹੈ। ਤੇ ਇਸ ਵੇਲੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਸਾਡੇ ਨਾਲ ਨੇ। ਰਸੂਲਪੁਰ ਜੀ ਸਵਾਗਤ ਹੈ ਪਹਿਲਾਂ ਤਾਂ। ਧੰਨਵਾਦ ਜੀ ਤੁਹਾਡਾ। ਤੇ ਬਹੁਤ ਦੁੱਖ ਵੀ ਹੁੰਦਾ ਹੈ ਕਿ ਇੰਨੇ ਸਾਲ ਇਨਸਾਫ ਨੂੰ ਅਸੀਂ ਦਰਸ਼ਕਾਂ ਤੱਕ ਇਹ ਕਹਾਣੀ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਕੀਕਤ ਕੀ ਹੈ। ਪਹਿਲਾਂ ਤਾਂ ਸੌਦਾਗਰ ਸਿੰਘ ਬਾਰੇ ਦੱਸੋ ਕਿ ਸੌਦਾਗਰ ਸਿੰਘ ਕੌਣ ਸੀ, ਕਿੱਥੇ ਦਾ ਸੀ, ਕਿਵੇਂ ਲਾਪਤਾ ਹੋਇਆ? ਰਾਣਾ ਜੀ ਸੌਦਾਗਰ ਸਿੰਘ ਪੁੱਤਰ ਮੋਦਨ ਸਿੰਘ ਪਿੰਡ ਟੂਸਾ ਤਹਿਸੀਲ ਰੈਕੋਟ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਸੀ ਜੀ। 23-24 ਸਾਲ ਦਾ ਨੌਜਵਾਨ ਅਜੇ ਕੁਆਰਾ ਸੀ, ਵਿਆਹ ਨਹੀਂ ਸੀ ਕਰਾਇਆ। ਨਹਿਰੀ ਮਹਿਕਮੇ 'ਚ ਬੇਲਦਾਰ ਲੱਗਿਆ ਸੀ ਜੀ। ਤਾਂ ਰੋਜ਼ਾਨਾ ਦੀ ਤਰ੍ਹਾਂ ਉਹ 14/2/1995 ਨੂੰ ਘਰੋਂ ਡਿਊਟੀ ਤੇ ਜਾਂਦਾ ਵਾ, ਪਰ ਵਾਪਸ ਮੁੜ ਕੇ ਨਹੀਂ ਆਉਂਦਾ। ਪਰਿਵਾਰ ਨੇ ਇੱਕ ਦਿਨ ਵੇਟ ਕੀਤੀ ਵੀ ਸ਼ਾਇਦ ਕਿਸੇ ਕੋਲ ਰਹਿ ਪਿਆ ਹੋਊਗਾ ਤੇ ਆ ਜਾਊਗਾ, ਪਰ ਦੂਜੇ ਦਿਨ ਵੀ ਜਦੋਂ ਉਹ ਨਾ ਆਇਆ ਤਾਂ ਪਿੰਡ ਦਾ ਸਰਪੰਚ ਨੂੰ ਨਾਲ ਲੈ ਕੇ ਪਰਿਵਾਰ ਨੇ ਥਾਣਾ ਸੁਧਾਰ ਦੇ ਵਿੱਚ ਰਪਟ ਦਰਜ ਕਰਾ ਦਿੱਤੀ। ਠੀਕ ਹੈ। ਰਪਟ ਦਰਜ ਹੋਣ ਤੋਂ ਬਾਅਦ ਪਰਿਵਾਰ, ਕਿਉਂਕਿ ਜਿਹੜਾ ਪਿਛੋਕੜ ਸੀ ਪਰਿਵਾਰ ਦਾ ਉਹ ਗਰੀਬ ਪਰਿਵਾਰ ਸੀ, ਅਨਪੜ੍ਹ ਸੀਗੇ 100%, ਤੇ ਬਜ਼ੁਰਗ ਦੀ ਉਮਰ ਉਸ ਟਾਈਮ ਅੱਜ ਤੋਂ 24 ਸਾਲ ਪਿੱਛੇ ਚਲੇ ਜਾਓ ਜਾਣੀ ਦੀ 60-62 ਸਾਲ ਹੋ ਗਈ। ਤੇ ਅਨਪੜ੍ਹਤਾ ਹੋਣ ਕਰਕੇ ਜਿਹੜੀ ਉਹ ਵਿਸ਼ਵਾਸ ਕਰਦੇ ਸੀਗੇ ਵੀ
ਸਾਧਾਂ ਸੰਤਾਂ ਸਿਆਣਿਆਂ ਕੋਲੇ ਜੀ ਸ਼ਾਇਦ ਕਿਤੋਂ ਸਾਡੇ ਮੁੰਡੇ ਦਾ ਕਲਿਊ ਮਿਲ ਜੇ ਕੋਈ। ਤੇ ਉਹ ਦੱਸਦਾ ਹੁੰਦਾ ਬਜ਼ੁਰਗ ਮੈਨੂੰ ਵੀ ਮੈਂ ਹਰਜੈਤ ਕੱਢਣ ਵਾਲੇ ਕੋਲ ਗਿਆ ਤੇ ਉਹਨੇ ਨੌ ਦੇ ਵਿੱਚ ਦਿਖਾ ਦੇਣਾ ਕਿ ਉਹ ਤੇਰਾ ਮੁੰਡਾ ਸੇਵਾ ਕਰਦਾ ਫਿਰਦਾ ਵਾ ਕਿਸੇ ਨਾ ਕਿਸੇ ਡੇਰੇ ਵਿੱਚ, ਤੇ ਬਸ ਉਹਨੇ ਘਰੇ ਮੁੜ ਆਉਣਾ। ਇਹ ਉਹ ਉਡੀਕ ਕਰਦੇ ਸੀਗੇ ਵੀ ਕਦੋਂ ਵਾਪਸ ਆ ਜਾਵੇ। ਬਿਲਕੁਲ। ਮਹਿਕਮੇ ਨੂੰ ਦੱਸ ਦਿੱਤਾ ਸੀਗਾ, ਪੁਲਿਸ ਨੂੰ ਵੀ ਦੱਸਤਾ? ਪੁਲਿਸ ਦੇ ਵਿੱਚ ਰਪਟ ਦਰਜ ਕਰਾਤੀ ਥਾਣਾ ਸੁਧਾਰ ਦੇ ਵਿੱਚ, ਪੁਲਿਸ ਜ਼ਿਲ੍ਹਾ ਜਗਰਾਉਂ, ਤੇ ਨਾਲ ਹੀ ਪਿੰਡ ਦਾ ਸਰਪੰਚ ਤੇ ਉਹ ਜਿੱਥੇ ਡਿਊਟੀ ਕਰਦਾ ਸੀਗਾ ਜਾਣੀ ਦੀ ਉਹਦਾ ਐਸਡੀਓ ਬੈਠਦਾ ਸੀਗਾ ਨਹਿਰੀ ਮਹਿਕਮੇ ਦਾ ਦਰਾਹਾ ਸਬ ਡਿਵੀਜ਼ਨ ਦੇ ਵਿੱਚ, ਉੱਥੇ ਜਾ ਕੇ ਮਹਿਕਮੇ ਨੂੰ ਉਹਨੇ ਦੱਸਤਾ। ਮਹਿਕਮੇ ਵਾਲੇ ਐਸਡੀਓ ਨੇ ਕਹਿਤਾ ਬਈ ਜਿਹੜੇ ਇਸ ਤਰ੍ਹਾਂ ਬੰਦੇ ਗੁੰਮ ਹੋ ਜਾਂਦੇ ਆ 7 ਸਾਲ ਇੰਡੀਅਨ ਐਵੀਡੈਂਸ ਐਕਟ ਦੇ ਮੁਤਾਬਕ 7 ਸਾਲਾਂ ਬਾਅਦ ਤੁਸੀਂ ਆਇਓ, ਉਦੋਂ ਤੱਕ ਵੇਟ ਕਰੋ। ਮਤਲਬ ਜੇ ਤੁਹਾਨੂੰ ਜੇ ਕੋਈ ਬੰਦਾ ਲਾਪਤਾ ਹੋ ਜਾਂਦਾ ਹੈ, ਗੁੰਮਸ਼ੁਦਾ ਹੋ ਜਾਂਦਾ ਹੈ, ਤਾਂ ਉਹਦਾ ਬੈਨੀਫਿਟਸ ਜਿਹੜੇ ਮਿਲਣੇ ਨੇ ਵਿਭਾਗ ਦੇ ਵੱਲੋਂ ਤੁਹਾਡੇ ਪਰਿਵਾਰ ਨੂੰ, ਵਾਰਸਾਂ ਨੂੰ, ਉਹ 7 ਸਾਲ ਇੰਤਜ਼ਾਰ ਕਰਨਾ ਪੈਂਦਾ ਸੀ। ਉਹ ਪੁਰਾਣਾ ਰੂਲ ਸੀਗਾ। ਉਹ ਵਾਪਸ ਆ ਗਏ ਫਿਰ ਇਸ ਢੰਗ ਦੇ ਨਾਲ ਉਹ ਘਰ ਵਾਪਸ ਆ ਗਏ ਤੇ ਉਹ ਫਿਰ ਬਸ ਉਹਨੂੰ ਜਿਵੇਂ ਕਹ ਲਈਏ ਵੀ ਲੱਭਣ ਦੇ ਵਿੱਚ ਚੱਲ ਪਏ। ਕਈ ਸਾਲ ਲੱਭਦੇ ਰਹੇ। 2004 ਦੇ ਵਿੱਚ ਜਾਣੀ ਦੀ ਕਹਿ ਲਓ ਵੀ 95 ਤੋਂ 9 ਸਾਲਾਂ ਬਾਅਦ ਜਦੋਂ 7 ਸਾਲ ਜਾਂਦੀ ਲੰਘ ਚੁੱਕੇ ਆ ਉਹ ਦੁਬਾਰਾ ਤੋਂ ਮਹਿਕਮੇ ਕੋਲੇ ਵੀ ਅਪਰੋਚ ਕਰਦੇ ਆ ਤੇ ਥਾਣੇ ਵੀ ਜਾਂਦੇ ਆ। ਉਹਨਾਂ ਨੂੰ ਲੱਗਦਾ ਵੀ ਹੁਣ ਜਿਹੜਾ ਸਮਾਂ 7 ਸਾਲ ਵਾਲਾ ਸੀਗਾ ਉਹ ਪੂਰਾ ਹੋ ਗਿਆ, ਤਾਂ ਜਿਹੜੀ ਕੋਈ ਪੈਨਸ਼ਨ ਮਿਲਣੀ ਹੈ, ਕੋਈ ਜੀਪੀਐਫ ਹੈ, ਕੋਈ ਹੋਰ ਬੈਨੀਫਿਟਸ ਨੇ ਉਹ ਮਿਲਣ। ਬਿਲਕੁਲ ਬਿਲਕੁਲ। ਤਾਂ ਉਹ ਇੱਥੇ ਇਸ ਇਲਾਕੇ ਦੇ ਵਿੱਚ ਕੁਝ ਇੱਕ ਪਿੰਡੂ ਮਜ਼ਦੂਰ ਯੂਨੀਅਨ ਕੰਮ ਕਰਦੀ ਆ, ਉਹਦੇ ਪਿੰਡ ਦੇ ਜਿਹੜੇ ਮੋਹਤਬਰ ਸੀ ਉਹ ਨਾਲ ਲੈ ਕੇ ਉਹਨਾਂ ਨੂੰ ਯੂਨੀਅਨ ਆਗੂਆਂ ਨੂੰ ਤਾਂ ਉਹ ਥਾਣੇ ਵੀ ਗਏ ਤੇ ਪਲੱਸ ਉਹ ਜਿਹੜਾ ਐਸਡੀਓ ਕੋਲੇ ਵੀ ਗਏ ਜੀ। ਐਸਡੀਓ ਨੇ ਉਹ ਲਿਖਤੀ ਚਿੱਠੀਆਂ ਜਿਹੜੀਆਂ ਪਹਿਲਾਂ ਵੀ ਦੇ ਕੇ ਆਏ ਸੀਗੇ ਉਹਨਾਂ ਨੂੰ ਦੁਬਾਰਾ ਦਿੱਤੀਆਂ ਤੇ ਉਹਨਾਂ ਨੇ ਕਹਿਤਾ ਵੀ ਤੁਸੀਂ ਜੀ ਥਾਣੇ ਉਹ ਰਪਟ ਦੀ ਨਕਲ ਲੈ ਕੇ ਆਓ ਜਿਹੜੀ ਗੁੰਮਸ਼ੁਦਾ, ਕਿਉਂਕਿ ਫੇਰ ਹੀ ਸਾਬਤ ਹੋਊਗਾ। ਅਭੀ ਗੁੰਮਸ਼ੁਦਾ ਦੀ ਅਸੀਂ ਰਿਪੋਰਟ ਲਿਖਾਈ ਸੀ ਉਹ ਲਿਆਓ, ਉਹਦੀ ਨਕਲ ਲੈ ਕੇ ਆਓ। ਤਾਂ ਥਾਣੇ ਆਏ। ਥਾਣੇ ਸੁਧਾਰ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਪੁੱਛਿਆ ਉਹਨਾਂ ਨੇ ਵੀ ਅਸੀਂ ਜੀ ਰਪਟ ਦਰਜ ਕਰਾਈ ਸੀ, ਤਾਂ ਉਹ ਕਹਿੰਦੇ ਜੀ ਉਹ ਰਿਕਾਰਡ ਤਾਂ ਅਸੀਂ ਸਾੜਤਾ। ਪੁਲਿਸ ਨੇ ਰਿਕਾਰਡ ਸਾੜਤਾ ਕਿਉਂਕਿ ਜਿਹੜਾ ਪੰਜਾਬ ਪੁਲਿਸ ਰੂਲ ਜਾ ਉਹਦੀ ਇੱਕ ਧਾਰਾ ਵਾ, ਉਹਦੇ ਤਹਿਤ ਜਿਹੜਾ ਪੁਰਾਣਾ ਰਿਕਾਰਡ ਆ ਉਹ ਸਾੜ ਦਿੱਤਾ ਜਾਂਦਾ ਵਾ, ਕਿਉਂਕਿ ਵਾਧੂ ਸਮਝ ਕੇ। ਪਰ ਸਾੜਨਾ ਉਹ ਹੁੰਦਾ ਵਾ ਜਿਹੜਾ ਵਾਧੂ ਹੁੰਦਾ, ਜਿਹੜਾ ਗੈਰ ਜ਼ਰੂਰੀ ਹੋਵੇ। ਜਿਹੜਾ ਜ਼ਰੂਰੀ ਹੋਵੇ ਉਹ ਨਹੀਂ ਸਾੜਨਾ ਹੁੰਦਾ। ਪਰ ਇੱਥੇ ਕੋਤਾਹੀ ਕਹਾਂਗੇ ਆਪਾਂ ਬਈ ਜਿਹੜੇ ਮੌਕੇ ਦੀ, ਮਤਲਬ ਪੁਲਿਸ ਕਹਿੰਦੀ ਕਿ ਸਾਡੇ ਕੋਲ ਤਾਂ ਹੁਣ ਉਹ ਰਿਕਾਰਡ ਹੈ ਨਹੀਂ। ਠੀਕ ਹੈ। ਤਾਂ ਪੁਲਿਸ ਨੇ ਦੁਬਾਰਾ ਤੋਂ ਇੱਕ ਰਪਟ ਦਰਜ ਕਰਤੀ 2004 ਦੇ ਵਿੱਚ। ਤਾਂ ਉਹ ਰਪਟ ਦੀ ਨਕਲ ਉਹਨਾਂ ਨੂੰ ਦੇਤੀ, ਉਹ ਮਹਿਕਮੇ ਨੂੰ ਦੇ ਆਏ, ਪਰ ਬਣਿਆ ਉਹਨਾਂ ਦਾ ਫਿਰ ਵੀ ਕੱਖ ਨਹੀਂ, ਕਿਉਂਕਿ ਉਹ ਤਾਂ ਫਿਰ ਗੁੰਮਸ਼ੁਦਗਾ ਦੀ ਦਿੱਤੀ ਹੋਣੀ ਨਾ। ਯੈਸ। ਉਹਦੇ ਵਿੱਚ ਇਹ ਨਹੀਂ, ਉਹ ਜਿਹੜਾ 9 ਸਾਲ ਵਾਲਾ ਪੀਰੀਅਡ ਆ ਉਹ ਨਹੀਂ ਕਵਰ ਹੋਇਆ। ਉਧਰ ਮਹਿਕਮੇ ਨੇ ਜਦੋਂ ਉਹ ਰਪਟ ਦੇ ਆਧਾਰ ਤੇ ਕਾਰਵਾਈ ਚਲਾਈ, ਕਿਉਂਕਿ ਰਪਟ ਹੁਣ ਨਵੀਂ ਹੋ ਗਈ ਇੱਕ ਤਰ੍ਹਾਂ ਦੀ, ਪਰ ਉਧਰ ਮਹਿਕਮੇ ਨੇ ਜਦੋਂ ਉਹਦੇ ਆਧਾਰ ਤੇ ਬੈਨੀਫਿਟ ਦੇਣ ਦੀ ਜਾਂ ਪੈਨਸ਼ਨ ਜਾਂ ਉਹਦਾ ਬਕਾਇਆ ਦੇਣ ਦੀ ਗੱਲ ਕਰਨੀ ਸੀ, ਤਾਂ ਰਿਕਾਰਡ ਫਰੋਲਿਆ ਆਪਦੇ ਮਹਿਕਮੇ ਦਾ। ਤਾਂ 95 ਚ ਬੰਦਾ ਗੁੰਮ ਹੁੰਦਾ ਵਾ ਤੇ 1996 ਦੇ ਵਿੱਚ ਇੱਕ ਰਿਕਾਰਡ ਲੱਭਦਾ 2004 ਵਾਲੇ ਅਫਸਰਾਂ ਨੂੰ, ਸੌਰੀ 9 ਵਾਲੇ ਅਫਸਰਾਂ ਨੂੰ। ਕੀ ਰਿਕਾਰਡ ਲੱਭਦਾ ਵਾ ਕਿ ਬਈ ਜਿਹੜਾ ਮੌਕੇ ਦਾ ਐਸਡੀਓ ਸੀ ਉਹ ਉਹਦੀਆਂ ਗੈਰ ਹਾਜ਼ਰੀਆਂ ਲਾ ਕੇ 2 ਸਾਲ ਉਹਨੂੰ ਟਰਮੀਨੇਟ ਕਰ ਚੁੱਕਿਆ ਵਾ। ਅੱਛਾ। ਚਾਹੀਦਾ ਤਾਂ ਇਹ ਸੀ ਮਹਿਕਮੇ ਨੂੰ ਕਿ ਵੀ ਉਹਨੂੰ ਜਿਹੜੇ ਰੂਲ ਆ ਮੇਰੇ ਕੋਲੇ ਪਏ ਆ, ਮੈਂ ਦਿਖਾਉਣਾ ਤੁਹਾਨੂੰ। ਹਾਂ, ਇਹ ਵੀ ਜ਼ਰੂਰੀ ਹੈ ਵੀ ਰੂਲ ਕੀ ਕਹਿ ਰਹੇ ਨੇ ਜਿਹੜੇ ਵਿਭਾਗ ਦੇ ਹੀ ਰੂਲ ਨੇ। ਇਹ ਰੂਲ ਇਹ ਕਹਿੰਦੇ ਆ ਕਿ ਵੀ ਜੇ ਕੋਈ ਬੰਦਾ ਗੁੰਮ ਹੋ ਜਵੇ ਆ ਪਿਆ, ਜੇ ਕੋਈ ਸਰਕਾਰੀ ਮੁਲਾਜ਼ਮ ਗੁੰਮ ਹੋ ਜਵੇ, ਰੂਲ ਹੈ 1991 ਦਾ, ਵੀ ਜੇ ਕੋਈ ਬੰਦਾ ਸਰਕਾਰੀ ਮੁਲਾਜ਼ਮ ਗੁੰਮ ਹੋ ਜਵੇ ਤਾਂ ਇਸ ਰੂਲ ਦੇ ਮੁਤਾਬਕ ਉਹਦੀ ਰਪਟ ਦਰਜ ਕਰਨੀ ਆ, ਤੇ ਰਪਟ ਦਰਜ ਹੋਈ ਨਹੀਂ ਜਦੋਂ 1 ਸਾਲ ਹੋ ਜੇ ਤਾਂ ਸਾਲ ਬਾਅਦ ਜਿਹੜਾ ਉਹ 7 ਸਾਲ ਵਾਲਾ ਇੰਡੀਅਨ ਐਵੀਡੈਂਸ ਐਕਟ ਵਾਲਾ ਪੀਰੀਅਡ ਆ ਉਹਨੂੰ ਘਟਾ ਕੇ ਸਾਲ ਦਾ ਕਰਤਾ, ਕਿਉਂਕਿ 7 ਸਾਲ ਜਿਹੜੇ ਵਾਰਸਾਂ ਨੂੰ ਵੇਟ ਕਰਨੀ ਬਹੁਤ ਔਖੀ ਆ। ਮਤਲਬ 1995 ਵਾਲੇ ਅਫਸਰ ਨੂੰ ਫਿਰ ਪਤਾ ਨਹੀਂ ਸੀਗਾ ਵੀ 7 ਸਾਲ ਤੋਂ ਘਟਾ ਕੇ 1 ਸਾਲ ਹੋ ਗਿਆ। ਇਹੀ ਕਿਹਾ ਜਾਊਗਾ ਵੀ ਜਾਂ ਤਾਂ ਉਹਨੂੰ ਪਤਾ ਨਹੀਂ ਤੇ ਜਾਂ ਫਿਰ ਉਹਨੇ ਐਡੀ ਵੱਡੀ ਅਣਗਹਿਲੀ ਕੀਤੀ
ਤੇ ਜਾਂ ਫਿਰ ਜਿਵੇਂ ਕਹਿ ਲਈਏ ਵੀ ਉਹਨੂੰ ਕੋਈ ਚੜਾਵਾ ਨਹੀਂ ਚੜਾ ਕੇ ਆਇਆ, ਇਸ ਕਰਕੇ ਉਹਨੂੰ ਐਬਸੈਂਟ ਕਰਾਰ ਦੇ ਕੇ ਤੇ ਉਹਨੂੰ ਟਰਮੀਨੇਟ ਕਰਨ ਵਾਲੀ ਕਾਰਵਾਈ ਪਰ ਇਹ ਫਿਰ ਰੂਲ ਰੈਗੂਲੇਸ਼ਨ ਦੇ ਬਿਲਕੁਲ ਉਲਟ ਸੀਗਾ। ਟਰਮੀਨੇਸ਼ਨ ਕਰ ਸਕਦੇ ਹੋ ਗੁੰਮਸ਼ੁਦਾ ਵਿਅਕਤੀ ਬਿਲਕੁਲ ਨਹੀਂ ਹੋ ਸਕਦੀ ਸੀ, ਬਿਲਕੁਲ ਨਹੀਂ ਸੀ ਹੋ ਸਕਦੀ, ਪਰ ਉਹਨੂੰ ਵਿਚਾਰੇ ਨੂੰ ਕਰਤਾ। ਉਸ ਤੋਂ ਜੇ ਟਰਮੀਨੇਸ਼ਨ ਹੁੰਦੀ ਹੈ ਤਾਂ ਰੂਲ ਹੋਰ ਨੇ ਬੈਨੀਫਿਟਸ ਦੇ, ਜੇ ਗੁੰਮਸ਼ੁਦਾ ਹੁੰਦੇ ਆ ਕੋਈ ਲਾਪਤਾ ਹੁੰਦਾ ਉਹਦੇ ਰੂਲ ਹੋਰ ਨੇ। ਹਾਂ ਬਿਲਕੁਲ। ਜੇ ਤਾਂ ਟਰਮੀਨੇਟ ਕਰਤਾ ਤਾਂ ਫਿਰ ਤਾਂ ਉਹਨੂੰ ਕੁਝ ਵੀ ਨਹੀਂ ਮਿਲਣਾ, ਉਹਦੇ ਵਾਰਸਾਂ ਨੂੰ। ਜੇਕਰ ਉਹ ਗੁੰਮਸ਼ੁਦਾ ਵਾ ਤਾਂ ਉਹਦੇ ਵਾਰਸਾਂ ਨੂੰ ਸਾਰੇ ਬੈਨੀਫਿਟ ਮਿਲਣੇ ਆ ਜਿਹੜੇ ਇੱਕ ਐਕਸਪਾਇਰ ਜਿਹੜੀ ਦੀ ਮੌਤ ਹੋਣ ਤੋਂ ਕਰਮਚਾਰੀ ਦੀ ਬਾਅਦ ਮਿਲਦੇ ਨੇ। ਭਾਵ ਇੱਕ ਬੱਚੇ ਨੂੰ ਵਾਰਸ ਨੂੰ ਨੌਕਰੀ, ਪੈਨਸ਼ਨ, ਉਹਦੇ ਜਿਹੜੇ ਜਿੰਨੇ ਬਕਾਏ, ਜੀਪੀਐਫ, ਐਕਸ ਗ੍ਰੇਸ਼ੀਆ, ਲੀਵ ਇਨਕੈਸ਼ਮੈਂਟ ਵਗੈਰਾ ਜੋ ਵੀ ਹੈਗੇ ਉਹ ਸਾਰੇ ਪਰ ਟਰਮੀਨੇਟ ਨੂੰ ਨਹੀਂ ਮਿਲਣੇ। ਟਰਮੀਨੇਟ ਪਰ ਉਸ ਅਧਿਕਾਰੀ ਨੇ ਉਸ ਨੂੰ ਗੁੰਮਸ਼ੁਦਗਾ ਵਾਲੇ ਕੱਢ ਕੇ ਟਰਮੀਨੇਟ ਕਰਤਾ। ਸਿੱਧੀ ਵਾਇਲੇਸ਼ਨ ਹੈਗੀ ਲਾਅ ਦੀ, ਉਲੰਘਣਾ ਹੋਈ। ਔਰ ਇਹ ਐਸਸੀ ਮੁਲਾਜ਼ਮ ਹੋਣ ਕਰਕੇ ਐਸਸੀ ਐਸਟੀ। ਅੱਛਾ, ਤੁਹਾਡੇ ਤੱਕ ਕਦੋਂ ਪਹੁੰਚ ਕੀਤੀ ਇਸ ਪ੍ਰਭਾਵ? 2010 ਦੇ ਵਿੱਚ ਜਦੋਂ ਇਹ ਯੂਨੀਅਨ ਦੇ ਜਿਹੜੇ ਮੁਲਾਜ਼ਮ ਆਗੂ ਸੀਗੇ ਇਹ ਗਏ ਉੱਥੇ, ਇਹਨਾਂ ਨੂੰ ਇਹ ਵੀ ਕਿਹਾ ਵੀ ਅਸੀਂ ਇੱਥੇ ਧਰਨਾ ਲਾਵਾਂਗੇ, ਪਰ ਫਿਰ ਵੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਡੇ ਪੱਲੇ ਨਹੀਂ ਕੁਝ ਪੈਣਾ ਤਾਂ ਫਿਰ ਯੂਨੀਅਨ ਵਾਲਿਆਂ ਨੇ ਇਹ ਮਾਮਲਾ ਮੈਨੂੰ, ਵਿਭਾਗ ਨੇ ਕਹਿ ਦਿੱਤਾ ਕਿ ਤੁਹਾਡੇ ਬੰਦੇ ਦਾ ਕੁਝ ਨਹੀਂ ਬਣਨਾ, ਵੀ ਇਹ ਤਾਂ ਟਰਮੀਨੇਟ ਹੈ, ਵੀ ਗੁੰਮਸ਼ੁਦਾ ਵਾਲੇ ਪਾਸੇ ਨਹੀਂ ਹੈਗਾ। ਬਿਲਕੁਲ। ਤਾਂ ਫਿਰ ਮੈਂ ਇਹ ਸਾਰਾ ਰਿਕਾਰਡ ਲੈਣ ਵਾਸਤੇ ਸਭ ਤੋਂ ਪਹਿਲਾਂ ਤਾਂ ਉਹ ਪਰਿਵਾਰ ਨੂੰ ਮੈਂ ਘਰੇ ਜਾ ਕੇ, ਸਾਡੇ ਜਿਹੜੇ ਜਥੇਬੰਦੀ ਦੇ ਮਤਲਬ ਐਡਵੋਕੇਟ ਨੇ, ਲੀਗਲ ਐਡਵਾਈਜ਼ਰ ਐਸਪੀ ਸਿੰਘ ਢਾਲੀਵਾਲ, ਕੁਸ਼ਲਦੀਪ ਸਿੰਘ ਸੰਧੂ, ਉਸ ਟਾਈਮ ਇਹਨਾਂ ਦੋ ਸਾਡੇ ਵਕੀਲਾਂ ਨੇ ਪੈਰਵਾਈ ਕੀਤੀ ਇਸ ਕੇਸ ਦੇ ਵਿੱਚ, ਲੰਬੀ ਲੜਾਈ ਲੜੀ। ਤਾਂ ਅਸੀਂ ਮਤਲਬ ਜਾ ਕੇ ਇਹਨਾਂ ਦੇ ਘਰੇ ਸਾਰਾ ਰਿਕਾਰਡ ਇਹਨਾਂ ਦਾ ਚੈੱਕ ਕੀਤਾ ਔਰ ਸਾਰੇ ਹਾਲਾਤ ਦੇਖੇ ਵੀ ਕਿਹਨਾਂ ਕਿਹੋ ਜਿਹੇ ਹਾਲਾਤ ਸੀ ਪਰਿਵਾਰ ਦੇ। ਤਾਂ ਘਰ ਦੀ ਜਿਹੜੀ ਹਾਲਤ ਉਹ ਬਹੁਤ ਗਰੀਬੀ ਵਾਲੀ ਸੀ। ਬਜ਼ੁਰਗ ਦੋਨੇ ਪਤੀ ਪਤਨੀ ਜਿਹੜੀ ਦੀ ਇਹ ਜਿਹੜਾ ਗੁੰਮਸ਼ੁਦਾ ਇਹਦੇ ਮਾਂ-ਬਾਪ ਉਹ 70 80 ਸਾਲ ਦੇ ਸੀ ਤੇ ਦਿਹਾੜੀਦਾਰ ਸੀ ਵਿਚਾਰੇ, ਡੇਲੀ ਕਮਾ ਕੇ ਖਾਣ ਵਾਲੇ ਨਹੀਂ, ਪਰ ਉਹਨਾਂ ਦੀ ਕੋਈ ਜਿਹੜੀ ਇੱਕ ਅਨਪੜ੍ਹਤਾ ਹੈਗੇ ਆ, ਆਰਥਿਕ ਹਾਲਤ ਹੈ ਜਿਹੜੀ ਉਹ ਵੀ ਵਿਚਾਰਿਆਂ ਦੀ ਹੈ ਨਹੀਂ। ਤੇ ਉਹ ਵਿਭਾਗ ਨੇ ਜਿਹੜੀ ਕੋਈ ਮਦਦ ਕਰਨੀ ਸੀ ਉਹ ਵੀ ਨਹੀਂ ਕੀਤੀ। ਔਰ ਪੁਲਿਸ ਨੇ ਜੋ ਕਰਨਾ ਸੀ ਉਹ ਵੀ ਨਾ ਕੀਤਾ। ਮਤਲਬ ਇੱਕ ਤਾਂ ਜਵਾਨ ਪੁੱਤ ਚਲੇ ਗਿਆ, ਇੱਕ ਜਿਹੜਾ ਵਿਭਾਗ ਨੇ ਕੋਈ ਮਦਦ, ਕੋਈ ਆਰਥਿਕ ਮਦਦ ਹੋਣੀ ਸੀਗੀ ਐਜ਼ ਏ ਰੂਲ ਰੈਗੂਲੇਸ਼ਨ, ਉਹ ਵੀ ਨਹੀਂ ਹੋਈ ਹੈਗੀ। ਬਿਲਕੁਲ। ਚਾਹੀਦਾ ਤਾਂ ਸੀ ਵੀ ਮਹਿਕਮਾ ਸਹਿਰਦਤਾ ਦੇ ਨਾਲ ਆਪਦੇ ਮੁਲਾਜ਼ਮ ਦੇ ਵਾਰਸਾਂ ਦੀ ਹਿੱਤਾਂ ਦੀ ਰਖਵਾਲੀ ਕਰਦਾ, ਉਹਦੇ ਜਿਹੜੇ ਨਿਯਮਾਂ ਦੇ ਮੁਤਾਬਕ ਪ੍ਰੋਪਰ ਬੈਨੀਫਿਟ ਉਹਨੂੰ ਦਿੰਦਾ। ਹੋਇਆ ਉਲਟ ਕਿ ਬਈ ਇਧਰ ਪੁਲਿਸ ਡਿਪਾਰਟਮੈਂਟ ਨੇ ਕੀ ਕੀਤਾ ਵੀ ਜਿਹੜੀ ਰਾਪਟ ਦਰਜ ਕੀਤੀ ਉਹ ਸਾਰੀ ਸਾੜਤੀ। ਚਾਹੀਦਾ ਕੀ ਸੀ ਉਹਨਾਂ ਨੇ ਉਹਦੇ ਆਧਾਰ ਤੇ ਅੱਗੇ ਸ਼ੋਰੋ ਗੁੱਗ ਦਾ ਇਸ਼ਤਿਹਾਰ ਜਾਰੀ ਕਰਨਾ ਸੀ, ਅੱਗੇ ਰਾਪਟਾਂ ਪਾਉਣੀਆਂ ਸੀ, ਉਹਦੀ ਪੜਤਾਲ ਕਰਨੀ ਸੀ, ਇੱਕ ਅੰਤਰਮ ਰਿਪੋਰਟ ਦੇਣੀ ਸੀ ਮਹਿਕਮੇ ਨੂੰ ਕਿ ਵੀ ਅਸੀਂ ਸਾਰਾ ਜ਼ੋਰ ਲਾ ਕੇ ਸਾਰੇ ਸੋਰਸ ਵਰਤ ਕੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਬਟ ਨਹੀਂ ਲੱਭਿਆ, ਇਸ ਕਰਕੇ ਸਾਡੀ ਅੰਤਮ ਰਿਪੋਰਟ ਆ ਵਾ। ਹੁਣ ਇਸ ਨੂੰ ਮ੍ਰਿਤਕ ਮੰਨ ਲਿਆ ਜਾਂਦਾ, ਫਿਰ ਉਹਨੂੰ ਮ੍ਰਿਤਕ ਮੰਨ ਲਿਆ, ਫੇਰ ਹੀ ਮਹਿਕਮੇ ਨੇ ਮਤਲਬ ਰੂਲਾਂ ਦੇ ਮੁਤਾਬਕ ਬੈਨੀਫਿਟ ਦੇਣੇ ਸੀਗੇ, ਪਰ ਇਹਦੇ ਉਲਟ ਉਹ ਵੀ ਨਾ ਹੋਇਆ। ਮਤਲਬ ਗਰੀਬ ਬੰਦੇ ਦੀ ਨਾ ਤਾਂ ਮਹਿਕਮੇ ਨੇ ਸੁਣਵਾਈ ਕੀਤੀ ਨਾ ਪੁਲਿਸ ਨੇ ਕੀਤੀ। ਬਿਲਕੁਲ ਜੀ। ਮੈਨੂੰ ਫਿਰ 2010 ਦੇ ਵਿੱਚ ਚਲੋ ਸਾਡੇ ਲੀਗਲ ਐਡਵਾਈਜ਼ਰਾਂ ਦੀ ਸਾਡੀ ਫਿਰ ਇੱਕ ਇਹਦੇ ਤੇ ਬਕਾਇਦਾ ਡਿਸਕਸ਼ਨ ਹੋਈ। ਉਹਦੇ ਦੇ ਵਿੱਚ ਸਭ ਤੋਂ ਪਹਿਲਾਂ ਫਿਰ ਜਿਹੜਾ ਮਤਲਬ ਮਹਿਕਮੇ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਦੋਨਾਂ ਨੂੰ ਅਸੀਂ ਚਿੱਠੀਆਂ ਪੱਤਰ ਆਪਣੀ ਜਥੇਬੰਦੀ ਵੱਲੋਂ ਲਿਖੇ। ਹੁਣ ਤੱਕ ਕੋਈ ਮੇਰਾ ਖਿਆਲ ਆ ਵੀ 3 ਤੋਂ 4000 ਦੇ ਵਿੱਚ ਅਸੀਂ ਇਹਦੇ ਤੇ ਵੱਖ-ਵੱਖ ਚਿੱਠੀਆਂ, ਸਾਰੀ ਫਾਈਲ ਉਹਨਾਂ ਦੀ ਹੋਈ ਹੈਗੀ ਹੈ। ਬਿਲਕੁਲ ਜੀ, ਸਾਰਾ ਜਿਹੜਾ ਇਹ ਸਾਰਾ ਰਿਕਾਰਡ ਆ ਜਿਹੜੀ ਆ ਸਾਰੀ ਫਾਈਲ ਹੈ, ਇਹ ਚਿੱਠੀਆਂ ਜਿਹੜੀਆਂ ਭੇਜੀਆਂ, ਜਿਹੜੀਆਂ ਆਰਟੀਆਈ ਚ ਵਾਪਸ ਆਈਆਂ, ਇਹ ਜੀਆਂ 3 ਫਾਈਲਾਂ ਹੋਰ ਆ ਜੀ ਇਸ ਤਰ੍ਹਾਂ ਦੀਆਂ, ਇਸੇ ਕੇਸ ਦੀਆਂ ਤਾਂ ਸਿਰਫ ਇੱਕ ਕਰੰਟ ਫਾਈਲ ਆ ਜਿਹੜੀ ਹੁਣ ਚੱਲ ਰਹੀ ਆ, ਇਹ ਉਹਦੀ ਆ। ਮਤਲਬ ਇਹਦੇ ਵਿੱਚ ਸਾਡੇ ਜਥੇਬੰਦੀ ਵੱਲੋਂ ਜਿਹੜੇ ਵੱਖ-ਵੱਖ ਕੋਰਟਾਂ ਦਾ ਸਹਾਰਾ ਲੈਣਾ ਪਿਆ। ਅੱਛਾ, ਮੈਂ ਉਹੀ ਪੁੱਛ ਰਿਹਾ ਸੀਗਾ, ਸਹਾਰਾ ਲੈਣਾ ਪਿਆ। ਅੱਛਾ, ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਆਰਟੀਆਈ ਚ ਕੀ ਮੰਗਿਆ? ਸਭ ਤੋਂ ਪਹਿਲਾਂ ਫਿਰ ਮਹਿਕਮੇ ਦੇ ਵਿੱਚੋਂ ਅਸੀਂ ਇਹਦਾ ਜਿਹੜਾ ਸਰਵਿਸ ਰਿਕਾਰਡ ਉਹ ਮੰਗਿਆ, ਜਿਹਦੇ ਵਿੱਚ ਇਹ ਗੱਲ ਸਾਬਤ ਹੋਈ ਕਿ ਵੀ ਇਹ ਬੰਦਾ ਕਦੋਂ ਭਰਤੀ ਹੋਇਆ, ਕਿੰਨੀ ਇਹਦੀ ਸਰਵਿਸ ਹੋ ਗਈ, ਇਹਦੇ ਡਿਊਜ਼ ਕੀ ਨੇ, ਤੇ ਕੀ ਇਹ ਰੈਗੂਲਰ ਕਰਮਚਾਰੀ ਸੀ ਜਾਂ ਕੱਚਾ ਸੀ, ਕਿਉਂਕਿ ਇਹ ਦੇਖਣਾ ਜ਼ਰੂਰੀ ਸੀ ਵੀ ਰੈਗੂਲਰ ਸੀ ਕਿ ਕੱਚਾ ਸੀ। ਰੈਗੂਲਰ ਸੀ, ਇਹ ਰੈਗੂਲਰ ਕਰਮਚਾਰੀ ਸੀ, ਇਸ ਕਰਕੇ ਇਹ ਸਾਰੇ ਕਾਸੇ ਦਾ ਇਹਦੇ ਜਿਹੜੇ ਵਾਰਸ ਹੱਕਦਾਰ ਸੀ। ਦੂਜੀ ਗੱਲ ਬਈ ਕੀ ਜਿਹੜਾ ਮਹਿਕਮੇ ਨੇ ਟਰਮੀਨੇਸ਼ਨ ਦੀ ਕਾਰਵਾਈ ਕੀਤੀ, ਭਾਵੇਂ ਕਿ ਰਿਕਾਰਡ ਤੋਂ ਬਾਅਦ ਸਾਬਤ ਹੋਈ, ਪਤਾ ਲੱਗੀ ਸਾਨੂੰ, ਪਰ ਉਹ ਸਹੀ ਕੀਤੀ ਕਿ ਗਲਤ ਕੀਤੀ, ਇਹ
ਇਹ ਸਾਰਾ ਫਿਰ ਅਸੀਂ ਰਿਕਾਰਡ ਮੰਗਾਇਆ ਤੇ ਉਹ ਚ ਬੜੀ ਹੈਰਾਨੀ ਵਾਲੀ ਗੱਲ ਹੋਈ ਵਿੱਚ 12 ਦਸੰਬਰ 96 ਦੇ ਵਿੱਚ ਉਹ ਟਰਮੀਨੇਸ਼ਨ ਦੀ ਕਾਰਵਾਈ ਕਰ ਰਿਹਾ ਵਾ ਐਸਡੀਓ ਉਸੇ ਡੇਟ ਦੇ ਵਿੱਚ ਹੀ ਜਾਣੀ ਉਹ 2 ਦਿਨ ਪਹਿਲਾਂ ਮੌਕੇ ਦੇ ਜਿਹੜੇ ਹੋਰ ਮੁਲਾਜ਼ਮ ਉਹਦੇ ਕਲੀਗ ਨੇ ਜਾਂ ਪਿੰਡ ਦਾ ਸਰਪੰਚ ਆ ਉਹ ਲਿਖ ਕੇ ਦੇ ਰਹੇ ਆ ਉਹਨੂੰ ਇਨਕੁਆਰੀ ਦੇ ਵਿੱਚ ਉਹ ਪਿੰਡ ਵਿਜ਼ਿਟ ਕਰਨ ਆਉਂਦਾ ਜਦੋਂ ਕਿ ਵੀ ਸਾਡਾ ਮੁੰਡਾ ਗੁੰਮ ਆ ਮੌਕੇ ਦੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਵੀ ਐਸਡੀਓ ਸਾਹਿਬ ਗੁੰਮ ਆ ਐਸਡੀਓ ਨੂੰ ਪਤਾ ਵੀ ਹੈ ਵੀ ਗੁੰਮ ਹੈ ਪਰ ਇਸ ਦੇ ਬਾਵਜੂਦ ਟਰਮੀਨੇਟ ਦੀ ਕਾਰਵਾਈ ਕਰ ਰਿਹਾ ਇੱਥੇ ਅਸੀਂ ਕਹਾਂਗੇ ਵੀ ਜਾਂ ਤਾਂ ਉਹਨੂੰ ਗਿਆਨ ਨਹੀਂ ਤੇ ਜਾਂ ਫਿਰ ਉਹ ਜਾਣਬੁੱਝ ਕੇ ਕਰ ਰਿਹਾ ਵਾ ਵੈਸੇ ਹੁਣ ਅਸੀਂ ਐਸਸੀ ਕਮਿਸ਼ਨ ਨੂੰ ਲਿਖਿਆ ਵਾ ਕਿ ਵੀ ਉਸ ਬੰਦੇ ਦੇ ਉੱਤੇ ਚਾਹੇ ਉਹ ਕਿਸੇ ਵੀ ਮਤਲਬ ਹਾਲਤ ਦੇ ਵਿੱਚ ਉਹਦੇ ਤੇ ਇੱਕ ਕਾਰਵਾਈ ਹੋਣੀ ਚਾਹੀਦੀ ਅੱਜ ਵੀ ਹੋਣੀ ਚਾਹੀਦੀ ਅੱਛਾ ਇੱਕ ਤਾਂ ਸਾਬਤ ਹੋ ਗਿਆ ਕਿ ਵਿਭਾਗ ਨੇ ਗਲਤ ਕਰਤਾ ਰੂਲ ਤੇ ਅਗੇਂਸਟ ਕਰਤਾ ਫਿਰ ਉਹ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਮਤਲਬ ਇਹ ਸਾਰਾ ਰਿਕਾਰਡ ਕਢਾ ਕੇ ਜਦੋਂ ਸਾਡੇ ਕੋਲ ਇਹ ਰਿਕਾਰਡ ਜਿਹੜੇ ਰੂਲ ਆ ਗਏ ਵੱਖ-ਵੱਖ ਕਿਸਮਾਂ ਦੇ ਆ ਰਾਣਾ ਜੀ 1991 ਦਾ ਰੂਲ 91 ਤੋਂ ਬਾਅਦ 96 ਦੇ ਵਿੱਚ ਫਿਰ ਇਹ 'ਚ ਸੋਧ ਹੁੰਦੀ ਆ ਦੁਬਾਰਾ ਤੋਂ ਲੈਟਰ ਨਿਕਲਦਾ ਪਰਸੋਨਲ ਵਿਭਾਗ ਵੱਲੋਂ ਤੇ ਵਿੱਤ ਵਿਭਾਗ ਵੱਲੋਂ ਉਸ ਤੋਂ ਬਾਅਦ ਅੱਛਾ ਹੈਰਾਨੀ ਵਾਲੀ ਗੱਲ ਵੀ ਇਹ ਜਿਹੜੇ ਰੂਲ ਆ ਇਸ ਮਹਿਕਮੇ ਤੋਂ ਹੀ ਮੰਗਾਏ ਮਤਲਬ ਇਹ ਵੀ ਕਿਤੇ ਹੋਰ ਮੰਗਾਏ ਭਾਵ ਇਸ ਮਹਿਕਮੇ ਦੇ ਜਾਂ ਇਸ ਦਫ਼ਤਰ ਦੀਆਂ ਫਾਈਲਾਂ 'ਚ ਪਏ ਸੀ ਹੈਗੇ ਸੀ ਇਹਨਾਂ ਕੋਲੇ ਇਹ ਵੀ ਰੂਲ ਪਏ ਨੇ ਤੇ ਟਰਮੀਨੇਸ਼ਨ ਵਾਲੇ ਰੂਲ ਵੀ ਇਹਦੀ ਫਾਈਲ ਇਸੇ ਦਫ਼ਤਰ ਦੀ ਫਾਈਲ 'ਚ ਪਏ ਨੇ ਕਿ ਵੀ ਇਹ ਬੰਦੇ ਨੂੰ ਟਰਮੀਨੇਟ ਕਰਤਾ ਤੇ ਫਿਰ ਇਹਦੇ 'ਚ ਹੀ ਮਹਿਕਮੇ ਨੂੰ ਸਾਡੇ ਜਿਹੜੇ ਐਡਵੋਕੇਟਸ ਆ ਉਹਨਾਂ ਨੇ ਬਾਰ-ਬਾਰ ਉੱਥੇ ਜਾ ਕੇ ਵੀ ਅਫਸਰਾਂ ਦੇ ਸਾਹਮਣੇ ਜਾ ਕੇ ਵੀ ਤੇ ਵੱਖ-ਵੱਖ ਅਥਾਰਟੀਆਂ ਕੋਲੇ ਵੀ ਉਹ ਮੰਨ ਗਏ ਵੀ ਸਾਤੋਂ ਗਲਤੀ ਹੋਈ ਹੈ ਬਿਲਕੁਲ ਮੰਨਣਾ ਹੀ ਪੈਣਾ ਸੀ ਉਹਨਾਂ ਨੂੰ ਫਿਰ ਵੱਡੀ ਗਲਤੀ ਹਾਂ ਫਿਰ ਤੁਹਾਡੀ ਮੰਗ ਇਹ ਸੀਗੀ ਉਸ ਤੋਂ ਬਾਅਦ ਕਿ ਤੁਸੀਂ ਉਹਨੂੰ ਪੈਨਸ਼ਨ ਦਿਵਾਉਣੀ ਸੀਗੀ ਮੇਨ ਜਾਂ ਬੈਨੀਫਿਟਸ ਸਾਰੀ ਟੋਟਲ ਮੰਗਾਂ ਸੀ ਸਾਡੀਆਂ 5 ਕਿ ਵੀ ਇਹਦਾ ਜਿਹੜਾ ਜਿੰਨਾ ਬਕਾਇਆ ਵਾ ਉਹ ਦਿਓ ਤੇ ਪੈਨਸ਼ਨ ਦਿਓ 4 ਕਿਸਮ ਦਾ ਬਕਾਇਆ ਸੀ ਉਹ ਦਿਓ ਤੇ ਇਹਨੂੰ ਪੈਨਸ਼ਨ ਦਿਓ ਫਿਰ ਕੀ ਕਹਿੰਦੇ ਵਿਭਾਗ ਵਾਲੇ ਸੀਗਾ ਵੀ ਇਹਨਾਂ ਦੇ ਜਿਹੜੇ ਵਾਰਸ ਹੈਗੇ ਆ ਉਹਦੇ ਇੱਕ ਬੱਚੇ ਨੂੰ ਨੌਕਰੀ ਦਿਓ ਪਰ ਉਹਨਾਂ ਨੇ ਇੱਕ ਵਾਰੀ ਨਹੀਂ ਮੇਰਾ ਖਿਆਲ ਆ ਵੀ ਸਾਡੇ ਵਕੀਲ ਸਾਹਿਬਾਨਾਂ ਨੂੰ 2-3 ਵਾਰੀ ਤੇ 2-3 ਵਾਰੀ ਮੈਨੂੰ 5-6 ਵਾਰੀ ਲਿਖਤੀ ਰੂਪ ਚ ਨਾ ਕੀਤੀ ਵੀ ਇਹ ਜਿਹਾ ਜੀ ਕੋਈ ਰੂਲ ਹੀ ਨਹੀਂ ਗਲਤੀ ਤੁਹਾਡੀ ਭੁਗਤੇ ਪਰਿਵਾਰ ਇਹ ਜਿਹਾ ਕੋਈ ਰੂਲ ਹੀ ਨਹੀਂ ਹੈਗਾ ਕਿ ਵੀ 1995 ਦੇ ਵਿੱਚ ਬੰਦਾ ਗੁੰਮ ਹੋਇਆ ਹੋਵੇ ਜਿਹਨੂੰ ਤੁਸੀਂ ਗੁੰਮ ਕਹਿੰਦੇ ਕਿਉਂਕਿ ਉਹ ਤਾਂ ਗੁੰਮ ਮੰਨਦੇ ਨਹੀਂ ਸੀ ਨਾ ਉਹ ਤਾਂ ਅਸੀਂ ਕਹਿ ਰਹੇ ਸੀ ਇਹ ਤਾਂ ਮੈਂ ਸਾਬਤ ਕੀਤਾ ਸੀ ਉਹ ਤਾਂ ਕਹਿੰਦੇ ਸੀ ਜੀ ਵੀ ਇਹ ਗੈਰ ਹਾਜ਼ਰ ਸੀ ਤੇ ਅਸੀਂ ਟਰਮੀਨੇਟ ਕਰਤਾ ਠੀਕ ਹੈ ਗੈਰ ਹਾਜ਼ਰ ਮੰਨਦੇ ਸੀ ਉਹਨੂੰ ਪਰ ਜਦੋਂ ਕਿ ਉਹ ਕਹਿੰਦੇ ਇਹੋ ਜਿਹਾ ਕੋਈ ਰੂਲ ਹੀ ਨਹੀਂ ਕਿ 95 ਤੋਂ ਬਾਅਦ ਅੱਜ 2012-13 ਦੇ ਵਿੱਚ ਕਿਉਂਕਿ 10 ਤੋਂ ਕਾਰਵਾਈ ਮੈਂ ਸ਼ੁਰੂ ਕੀਤੀ ਤਾਂ 12-13 ਦੇ ਵਿੱਚ ਜਾਨੀ ਇੰਨੇ ਸਾਲਾਂ ਬਾਅਦ 17 ਸਾਲਾਂ ਬਾਅਦ ਤੁਹਾਨੂੰ ਕੋਈ ਪੈਨਸ਼ਨ ਦੇ ਦੇਵੇ ਇਹੋ ਜਿਹਾ ਕੋਈ ਰੂਲ ਹੀ ਨਹੀਂਗਾ ਬਟ ਅਸੀਂ ਉਹ ਰੂਲ ਪੈਦਾ ਕਰਕੇ ਦਿਖਾਇਆ ਫਿਰ ਸਾਡੇ ਵਕੀਲਾਂ ਦੀ ਮਿਹਨਤ ਜਾਂ ਸਾਡੀ ਜਥੇਬੰਦੀ ਦੇ ਐਫਰਟਸ ਦੇ ਨਾਲ ਬਹੁਤ ਸਾਰੇ ਸਾਨੂੰ ਫਿਰ ਉਹ ਮ੍ਰਿਤਕ ਸਾਬਤ ਕਿਵੇਂ ਕੀਤਾ ਫਿਰ ਉਹਦੇ ਵਾਸਤੇ ਫਿਰ ਸਾਨੂੰ ਜਿਹੜਾ ਕੋਰਟ ਜਾਣਾ ਪਿਆ ਇੱਥੇ ਜਗਰਾਉਂ ਸਿਵਲ ਕੋਰਟ ਦੇ ਵਿੱਚ ਅਸੀਂ ਇੱਕ ਸਿਵਲ ਸੂਟ ਫਾਈਲ ਕੀਤਾ ਸਾਡੇ ਵਕੀਲਾਂ ਨੇ ਉਹ ਸਾਡੇ ਜਿਹੜੇ ਲੋਕਲ ਐਡਵੋਕੇਟ ਆ ਜਥੇਬੰਦੀ ਨਾਲ ਜੁੜੇ ਹੋਏ ਲਵਨੀਸ਼ ਗੋਇਲ ਐਡਵੋਕੇਟ ਉਹਨਾਂ ਨੇ ਕੇਸ ਲੜਿਆ ਤੇ ਉਹਨਾਂ ਦੇ ਨਾਲ ਐਡਵੋਕੇਟ ਸਤਿੰਦਰਪਾਲ ਸਿੰਘ ਕੀ ਸੀ ਕੇਸ ਉਹ ਕੇਸ ਸੀਗਾ ਵੀ ਅਸੀਂ ਇੱਕ ਸੂਟ ਇੱਥੇ ਫਿਰ ਵੈਸੇ ਤਾਂ ਇਹਦੇ ਬਾਰੇ ਵਕੀਲ ਸਾਹਿਬਾਨ ਆਪ ਹੀ ਜ਼ਿਆਦਾ ਡਿਟੇਲ ਦੱਸਣਗੇ ਪਰ ਬਰੀਫ ਜਾਂ ਮੈਂ ਇਹਨਾਂ ਦੱਸ ਦਿੰਦਾ ਵੀ ਉਹਨਾਂ ਨੇ ਇੱਥੇ ਕੋਰਟ ਦੇ ਵਿੱਚ ਇੱਥੇ ਕੇਸ ਲਾਇਆ ਤੇ ਸਿੱਟੇ ਵਜੋਂ ਉਹਨਾਂ ਜੱਜ ਨੇ ਇੱਕ ਉਹਨਾਂ ਨੂੰ ਡੈਡ ਡਿਕਲੇਅਰ ਸਰਟੀਫਿਕੇਟ ਜਾਂਦੀ ਡਿਕਰੀ ਕੋਈ ਦੇਤੀ ਉਹ ਆਪੇ ਦੱਸਣਗੇ ਵੀ ਉਹ ਕਿਵੇਂ ਹੋਇਆ ਇਹਦੇ ਬਾਰੇ ਲੀਗਲੀ ਜਾਂਦੀ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ ਵਾ ਉਸ ਤੋਂ ਬਾਅਦ ਇੱਕ ਡੀਸੀ ਦਫ਼ਤਰ ਨੇ ਦੇਣਾ ਹੁੰਦਾ ਅਸੀਂ ਫਿਰ ਹਾਈ ਕੋਰਟ ਤੋਂ ਇੱਕ ਡਾਇਰੈਕਸ਼ਨ ਲੈ ਕੇ ਉਹ ਦਵਾਇਆ ਇੱਕ ਫਿਰ ਕੀ ਕੀਤਾ ਵੀ ਜਦੋਂ ਇਹ ਸਾਰਾ ਰਿਕਾਰਡ ਅਸੀਂ ਇਕੱਠਾ ਕਰ ਲਿਆ ਡੈਡ ਡਿਕਲੇਅਰ ਵੀ ਮਤਲਬ ਲੈ ਲਿਆ ਤਾਂ ਫਿਰ ਜਥੇਬੰਦੀ ਨੇ ਮੈਨੂੰ ਮਤਲਬ ਇਹ ਗੱਲ ਲਈ ਸਾਡੇ ਵਕੀਲਾਂ ਨੇ ਮਤਲਬ ਕਿਹਾ ਕਿ ਤੁਸੀਂ ਹੁਣ ਇਹ ਐਸਸੀ ਕਮਿਸ਼ਨ ਕੋਲੇ ਡਿਸਕ੍ਰਿਮੀਨੇਸ਼ਨ ਦਾ ਬੇਸ ਬਣਾਓ ਠੀਕ ਹੈ ਕਿ ਵੀ ਵਿਤਕਰਾ ਹੋਇਆ ਇੱਕ ਐਸਸੀ ਬੰਦੇ ਦੇ ਨਾਲ ਤਾਂ ਸਿੱਟੇ ਵਜੋਂ ਇਹ ਕੇਸ ਫਿਰ ਚੱਲਿਆ 2013 14 15 ਤੱਕ 15 ਦੇ ਵਿੱਚ ਉਹਨਾਂ ਨੇ ਫਿਰ ਜਿਹੜੇ ਸਾਰੇ ਬਕਾਏ ਦੇਤੇ ਅੱਛਾ ਉਸ ਤੋਂ ਬਾਅਦ ਰਹਿ ਗਈ ਪੈਨਸ਼ਨ ਤਾਂ ਕੇਸ ਕਲੋਜ਼ ਕਰਤਾ ਤਾਂ ਦੁਬਾਰਾ ਤੋਂ ਫਿਰ 16 ਦੇ ਵਿੱਚ ਫਿਰ ਕੇਸ ਚੱਲਿਆ ਪੈਨਸ਼ਨ ਵਾਸਤੇ 17 ਦੇ ਵਿੱਚ ਫਿਰ ਪੈਨਸ਼ਨ ਦਾ ਜਿਹੜੀ ਕਾਰਵਾਈ ਉਹ ਫਾਈਨਲ ਹੋਈ 17 ਦੇ ਵਿੱਚ ਫਿਰ ਇਹਨਾਂ ਨੇ ਏਜੀ ਪੰਜਾਬ ਨੂੰ ਇੱਕ ਫਾਈਨਲ ਰਿਪੋਰਟ ਬਣਾ ਕੇ ਉਹ ਰਿਪੋਰਟ ਇਹਨਾਂ ਨੇ ਫਿਰ ਫਾਈਨਲ ਬਣਾਈ ਲੀਗਲ ਐਡਵਾਈਜ਼ਰ ਰੋਪੜ ਤੋਂ ਮਤਲਬ ਉਹਦੀ ਲੀਗਲ ਓਪੀਨੀਅਨ ਲਿਆ ਜਿਨ੍ਹਾਂ ਨੇ ਆਪਦੇ ਓਪੀਨੀਅਨ ਦੇ ਵਿੱਚ ਲਿਖਤਾ ਸਾਫ਼ ਕਿ ਵੀ ਬੰਦਾ ਗੁੰਮ ਆ ਤੇ ਗੁੰਮ ਹੋਣ ਦੇ ਰੂਲਾਂ ਮੁਤਾਬਕ ਇਹਨੂੰ ਪੈਨਸ਼ਨ ਦੇਣੀ ਇਹਦੇ ਵਾਰਸਾਂ ਨੂੰ ਪਰ ਫਿਰ ਵੀ ਦੇਖੋ ਸੱਚੇ ਹੋਣ ਦੇ ਬਾਵਜੂਦ
ਤੇ ਆਰਟੀਆਈ 'ਚ ਇਨਫੋਰਮੇਸ਼ਨ ਆਉਣ ਦੇ ਬਾਵਜੂਦ ਤੁਹਾਨੂੰ ਵੀ ਘੱਟੋ ਘੱਟ 8-9 ਸਾਲ ਲੱਗੇ। ਜੈ ਬਿਲਕੁਲ, ਇਹਦੇ ਚ 8-9 ਸਾਲ ਲੱਗੇ ਤੇ ਕੋਈ 3-4 ਹਜ਼ਾਰ ਚਿੱਠੀਆਂ ਲਿਖਣੀਆਂ ਪਈਆਂ ਤੇ ਕਿੰਨੇ ਹੀ ਤੁਹਾਨੂੰ ਅਥਾਰਟੀਆਂ ਦੇ ਦਰਵਾਜ਼ੇ ਕਿੰਨੇ ਗੇੜੇ, ਕਿੰਨੀਆਂ ਖੱਜਲ ਖੁਆਰੀ, ਕਿੰਨੇ ਅਫਸਰਾਂ ਨੂੰ ਮਿਲਣਾ। ਬਿਲਕੁਲ ਜੀ, ਸਾਡੇ ਵਕੀਲ ਸਾਹਿਬਾਨ ਤੁਹਾਨੂੰ ਆਪ ਵੀ ਦੱਸਣਗੇ, ਉਹ ਚੰਡੀਗੜ੍ਹ ਤੋਂ ਮਤਲਬ ਕਹਿ ਲਓ ਵੀ ਹਰ ਮਹੀਨੇ ਉਹ ਵਿਜ਼ਿਟ ਕਰਨ ਜਾਂਦੇ ਸੀ ਜਾਂ ਦਫ਼ਤਰਾਂ ਦੇ ਧੱਕੇ ਖਾਣ ਜਾਂਦੇ ਅੱਛਾ, ਹੁਣ ਸਟੇਟਸ ਕੀ ਹੈਗਾ? ਹੁਣ ਪੈਨਸ਼ਨ ਲੱਗ ਚੁੱਕੀ ਹੈ? ਪੈਨਸ਼ਨ ਲੱਗੀ, ਬਜ਼ੁਰਗ ਨੂੰ ਉਹਦੇ ਮਤਲਬ ਦੀ ਬੈਨੀਫਿਟਸ ਮਿਲ ਗਏ ਤੇ ਸਾਰੇ ਬਕਾਏ ਮਿਲ ਗਏ ਤੇ ਉਸ ਤੋਂ ਬਾਅਦ ਪੈਨਸ਼ਨ ਲੱਗੀ। ਪੈਨਸ਼ਨ ਲੱਗੀ ਹੈ 3000 ਰੁਪਈਆ ਪਰ ਮੰਥ ਡੀਸੀ ਰੇਟ ਦੇ ਆਧਾਰ ਦੇ ਉੱਤੇ। ਇਹ ਕਿਹੜੇ ਸਾਲ ਤੋਂ ਲੱਗੀ ਪੈਨਸ਼ਨ? ਇਹ ਪੈਨਸ਼ਨ ਦੇਖੋ ਰੂਲਾਂ ਦੇ ਮੁਤਾਬਕ 1995 ਤੋਂ ਲੱਗਣੀ ਚਾਹੀਦੀ ਸੀ। ਉਹਦੇ ਬਾਰੇ ਵੀ ਵਕੀਲ ਸਾਹਿਬ ਦੱਸਣਗੇ ਤੁਹਾਨੂੰ ਡਿਟੇਲ ਦੇ ਵਿੱਚ ਬਈ ਰੂਲ ਕੀ ਕਹਿੰਦੇ ਨੇ। ਦੂਜੀ ਗੱਲ ਵੀ ਜਿਹੜੀ ਫਿਲਹਾਲ ਲੱਗੀ ਆ ਉਹ 17 ਦੇ ਵਿੱਚ ਏਜੀ ਪੰਜਾਬ ਨੂੰ ਕੇਸ ਭੇਜਿਆ ਗਿਆ ਤਾਂ ਏਜੀ ਪੰਜਾਬ ਨੇ ਜਿਹੜੀ ਪੈਨਸ਼ਨ ਲਾਈ ਉਹ 17 ਤੋਂ ਲਾਈ, ਜਦੋਂ ਕਿ ਅਸੀਂ ਸਮਝਦੇ ਆ ਸਾਡੇ ਵਕੀਲ ਸਾਹਿਬਾਨਾਂ ਦਾ ਵੀ ਇਹ ਮਤਲਬ ਜਿਹੜਾ ਹੈਗਾ ਓਪੀਨੀਅਨ ਆ ਕਿ ਵੀ ਰੂਲ ਇਹ ਕਹਿੰਦੇ ਆ ਵੀ ਜਦੋਂ ਰਾਪਟ ਦਰਜ ਹੋ ਜੇ ਤਾਂ ਫਿਰ ਤੁਸੀਂ ਉਹ ਤੋਂ ਸਾਲ ਬਾਅਦ ਤੋਂ ਮਤਲਬ ਪੈਨਸ਼ਨ ਲਾਉਣੀ, ਜਾਣੀ ਦੀ ਕਹਿ ਲਈਏ 96 ਤੋਂ ਪੈਨਸ਼ਨ ਲੱਗਣੀ ਚਾਹੀਦੀ ਆ ਤੇ ਉਹ ਸਾਰਾ ਜਿਹੜਾ ਏਰੀਆ ਉਹ ਬਣਨਾ ਚਾਹੀਦਾ। ਹੁਣ ਇਹਦਾ ਇੱਕ ਤੀਜਾ ਕੇਸ ਉਹ ਸਾਡਾ 1625/18 ਇਹ ਅਸੀਂ ਲਾਇਆ ਵਾ 17 ਤੋਂ ਬਾਅਦ ਉਹ ਚੱਲ ਰਿਹਾ ਵਾ। ਉਹਦੇ ਵਿੱਚ ਸਾਡੀ ਇਹ ਮਤਲਬ ਹੈਗੀ ਆ ਰਿਕੁਐਸਟ ਕਿ ਵੀ ਉਹ ਜਿਹੜੇ ਮੁਲਾਜ਼ਮਾਂ ਨੇ ਕੁਤਾਹੀ ਕੀਤੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਪਲੱਸ ਇਹ ਜਿਹੜਾ ਏਰੀਆ ਹੈ ਵਿਦ ਵਿਆਜ ਮਿਲਣਾ ਚਾਹੀਦਾ ਵਾ। ਚਲੋ ਅਸੀਂ ਗੱਲ ਕਰਦੇ ਹਾਂ, ਵਕੀਲ ਸਾਹਿਬ ਨਾਲ ਵੀ ਗੱਲ ਕਰਾਂਗੇ। ਬਹੁਤ ਧੰਨਵਾਦ ਤੁਹਾਡਾ। ਵਕੀਲ ਸਾਹਿਬ ਤੋਂ ਵੀ ਸਮਝਦੇ ਹਾਂ ਕਿ ਇਹ ਕੇਸ ਜਿਹੜਾ ਕਿਉਂ ਇੰਨਾ ਲੰਬਾ ਚੱਲਿਆ, ਕਿਉਂ ਪੈਂਡਿੰਗ ਰਿਹਾ ਇੰਨਾ ਚਿਰ ਤੇ ਹਾਲੇ ਕਿਹੜੇ ਹੋਰ ਬੈਨੀਫਿਟਸ ਜਿਹੜੇ ਨੇ ਉਹ ਬਾਕੀ ਨੇ। ਮੈਂ ਇਹ ਵੀ ਤੁਹਾਨੂੰ ਮਤਲਬ ਇੱਕ ਗੱਲ ਦੱਸ ਰਿਹਾ ਵੀ ਜਿਹੜੇ ਪੁਲਿਸ ਥਾਣੇ ਵਾਲੇ ਆ ਉੱਥੇ ਕੀ ਵਾਪਰਦਾ ਵਾ ਕਿ ਵੀ 2004 ਦੇ ਵਿੱਚ ਰਾਪਟ ਦਰਜ ਕਰਤੀ, ਉਹਨਾਂ ਨੇ ਡਿਸਟਰਾਈ ਕਰਤੀ। ਬਾਅਦ ਚ ਭਾਵੇਂ ਮੈਨੂੰ ਆਰਟੀਆਈ ਦੇ ਵਿੱਚ ਲਿਖ ਕੇ ਦੇਤਾ ਸੂਚਨਾ ਕਮਿਸ਼ਨ ਕੋਲੇ। ਉਸ ਤੋਂ ਬਾਅਦ 2004 ਦੇ ਵਿੱਚ ਦੁਬਾਰਾ ਤੋਂ ਰਾਪਟ ਦਰਜ ਕਰਤੀ। 2010-11 ਦੇ ਵਿੱਚ ਜਦੋਂ ਮੈਂ ਐਪਲੀਕੇਸ਼ਨ ਦਿੱਤੀ ਤਾਂ ਫਿਰ ਇੱਕ ਤੀਜੀ ਰਾਪਟ ਦਰਜ ਕਰਤੀ। ਚੌਥੀ ਵਾਰੀ ਕੀ ਵਾਪਰਦਾ ਵਾ, ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਮੇਰੀ ਐਪਲੀਕੇਸ਼ਨ ਦੇ ਉੱਤੇ ਡੀਆਈ ਸਾਹਿਬ ਨੂੰ ਮੈਂ ਮਿਲਿਆ ਲੁਧਿਆਣੇ ਤੇ ਉਹਨਾਂ ਨੂੰ ਜਦੋਂ ਮੈਂ ਸਾਰੀ ਇਹ ਗੱਲ ਦੱਸੀ ਕਿ ਵੀ ਬੈਨੀਫਿਟ ਪਰਿਵਾਰ ਨੂੰ ਮਿਲਣੇ ਸੀ ਰਾਪਟ ਦੇ ਉੱਤੇ ਤੇ ਰਾਪਟ ਆ ਜਿਹੜੀ ਉਹ ਡਿਸਟਰਾਈ ਕਰਤੀ ਤੁਹਾਡੇ ਮੁਲਾਜ਼ਮਾਂ ਨੇ। ਦੇਖੋ ਗੁਤਾਹੀ ਉਧਰ ਵੀ ਹੋ ਗਈ, ਗੁਤਾਹੀ ਦੋਹੇ ਪਾਸੇ ਹੋ ਗਈ ਤੇ ਤੁਹਾਡੇ ਮੁਲਾਜ਼ਮਾਂ ਨੇ ਮਤਲਬ ਰਾਪਟ ਜਿਹੜੀ ਉਹ ਰਿਕਾਰਡ ਡਿਸਟਰਾਈ ਕਾਰਵਾਈ ਬਣਦੀ ਹੈ ਉਹਨਾਂ ਤੇ ਵੀ। ਬਿਲਕੁਲ ਕਾਰਵਾਈ ਬਣਨੀ ਚਾਹੀਦੀ ਹੈ। ਸ਼ੋਰੋ ਗੋਗੇ ਦਾ ਇਸ਼ਤਿਹਾਰ ਜਾਰੀ ਕਰਨਾ ਸੀ, ਉਹ ਨਾ ਕੀਤਾ। ਮਤਲਬ ਅਕੋਰਡਿੰਗ ਟੂ ਰੂਲ ਕੁਛ ਵੀ ਨਹੀਂ ਵਾਪਰਿਆ। ਉਸ ਤੋਂ ਬਾਅਦ 2016 ਦੇ ਵਿੱਚ ਮੇਰੀ ਐਪਲੀਕੇਸ਼ਨ ਡੀਆਈ ਸਾਹਿਬ ਨੂੰ ਜਿਹੜੀ ਮਿਲ ਕੇ ਮੈਂ ਦਿੱਤੀ ਉਹਦੇ ਉੱਤੇ FIR ਦਰਜ ਕਰਤੀ ਨੰਬਰ 50/2016 ਜਿਹੜੀ ਕਿ ਅੱਜ ਮਤਲਬ ਅੰਡਰ ਪ੍ਰੋਸੀਡਿੰਗ ਆ। ਔਰ ਪੁਲਿਸ ਰਾਪਟ ਦਾ FIR ਦਰਜ ਕਰਕੇ ਤਾਂ ਬੰਦਾ ਲੱਭਣ ਤੇ ਲੱਗੀ ਹੋਈ ਆ। ਇਧਰ ਮਾਨਯੋਗ ਅਦਾਲਤ ਨੇ ਡਿਗਰੀ ਦੇਤੀ ਕਿ ਬੰਦਾ ਡੈਡ ਡਿਕਲੇਅਰ। ਮਤਲਬ ਪੁਲਿਸ ਹਜੇ ਗੁੰਮਸ਼ੁਦਾ ਹੀ ਸਮਝਦੀ ਹੈ, ਲਾਪਤਾ ਹੀ ਸਮਝਦੀ ਹੈ ਤੇ ਉਧਰ ਮ੍ਰਿਤਕ ਐਲਾਨ ਵੀ ਦਿੱਤਾ ਗਿਆ ਅਦਾਲਤ ਦੇ ਵੱਲੋਂ ਤੇ ਬੈਨੀਫਿਟਸ ਵੀ ਮਿਲ ਗਏ ਨੇ। ਬਿਲਕੁਲ ਇਹ ਤਾਂ ਹਾਲ ਨਹੀਂ, ਇਹ ਹਾਲ ਹੈ ਇੱਥੇ। ਮਤਲਬ ਆਪਾ ਵਿਰੋਧੀ ਕਿਵੇਂ ਇੱਥੇ ਇਹ ਸਾਰਾ ਕੁਝ ਚੱਲ ਰਿਹਾ ਵਾ। ਠੀਕ ਹੈ, ਤੇ ਇਸ ਕਰਕੇ ਰਾਣਾ ਜੀ ਵੀ ਇੱਥੇ ਇਨਸਾਫ ਲੈਣਾ ਬਹੁਤ ਔਖਾ ਵਾ। ਇੱਕ ਗਰੀਬ ਅਨਪੜ੍ਹ ਬਜ਼ੁਰਗ ਜਿਹਦੇ ਖੁਦ ਉਹ ਕਿਵੇਂ ਇਨਸਾਫ ਲੈ ਸਕਦਾ ਸੀਗਾ ਕਿ ਜਿਹੜਾ ਸਾਡੀ ਜਥੇਬੰਦੀ ਨੂੰ ਜਿਹਦੇ ਵਿੱਚ ਸਾਡੇ ਦੋਨੇ ਤਿੰਨੇ ਵਕੀਲਾਂ ਨੇ ਤੇ ਸਾਡੀ ਟੀਮ ਨੇ ਮਤਲਬ ਸਾਨੂੰ 10 ਸਾਲ ਲੱਗੇ। ਇਹਦੇ ਵਿੱਚ ਸਵਾਲ ਇਹ ਵੀ ਪੈਦਾ ਹੋ ਜਾਂਦਾ ਹੈ ਕਿ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਲੋਕ ਕੰਮ ਕਰਦੇ ਨੇ ਜਿਹੜੇ ਸਰਕਾਰੀ, ਕੀ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾਉਂਦੇ, ਇਮਾਨਦਾਰੀ ਨਾਲ ਨਹੀਂ ਕਰਦੇ, ਜਾਂ ਫਿਰ ਉਹ ਕੁਝ ਭਾਲਦੇ ਨੇ ਕਿ ਸਾਨੂੰ ਕੋਈ ਰਿਸ਼ਵਤ ਮਿਲੇ, ਕੋਈ ਪੈਸਾ ਮਿਲੇ ਤਾਂ ਹੀ ਅਸੀਂ ਕਿਸੇ ਦਾ ਹੈਲਪ ਕਰਾਂਗੇ। ਹੈਲਪ ਤਾਂ ਕੀ ਕਰਨੇ, ਕਾਨੂੰਨ ਮੁਤਾਬਕ ਸਹੀ ਕਾਰਵਾਈ ਕਰਨੀ ਹੁੰਦੀ ਹੈ। ਰਾਣਾ ਜੀ ਮੈਂ ਸਮਝਦਾ ਵੀ ਦੋ ਗੱਲਾਂ ਹੋ ਸਕਦੀਆਂ। ਇੱਕ ਤਾਂ ਇਹ ਵੀ ਜਿਹੜੇ ਸਾਡੇ ਅਫਸਰ ਤੇ ਮੁਲਾਜ਼ਮ ਨੇ ਜਾਂ ਤਾਂ ਉਹ ਰੂਲਾਂ ਨੂੰ ਧਿਆਨ ਦੇ ਨਾਲ, ਤਨਦੇਹੀ ਦੇ ਨਾਲ, ਮਿਹਨਤ ਨਾਲ ਪੜ੍ਹ ਕੇ ਉਹਦੇ ਤੇ ਕਾਰਵਾਈ ਨਹੀਂ ਕਰਦੇ। ਇੱਕ ਗੱਲ, ਇੱਕ ਕਮੀ ਤਾਂ ਇਹ ਹੋ ਸਕਦੀ ਆ। ਦੂਜੀ ਇਹ ਹੋ ਸਕਦੀ ਆ ਕਿ ਵੀ ਹਰੇਕ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਵਾ ਤੇ ਹਰ ਕੋਈ ਦਫ਼ਤਰ 'ਚ ਬੈਠਾ ਇਹ ਦੇਖਦਾ ਵਾ ਕਿ ਵੀ ਮੇਰੀ ਤਨਖਾਹ ਤੋਂ ਬਿਨਾਂ ਮੇਰੀ ਜੇਬ 'ਚ ਪਾਉਂਦਾ ਕਿਹੜਾ ਕੀ ਕੁਛ ਆ। ਜੇ ਤਾਂ ਕੋਈ ਪਾ ਦੇਵੇ ਫਿਰ ਤਾਂ ਰੂਲਾਂ ਤੋਂ ਪਾਸੇ ਹੋ ਕੇ ਵੀ ਸਾਰਾ ਕੁਛ ਇੱਥੇ ਹੋਈ ਜਾਂਦਾ ਵਾ। ਕੋਈ ਰੂਲ ਨੂੰ ਨਹੀਂ ਦੇਖਦਾ ਤੇ ਜੇ ਕੋਈ ਨਾ ਪਾਵੇ ਹੱਕਦਾਰ ਹੁੰਦਾ ਵਾ ਬਟ ਕੋਈ ਜੇਬ 'ਚ ਨਾ ਕੁਛ ਪਾਵੇ ਜਾਂ ਕੋਈ ਫਾਈਲ ਨੂੰ ਟਾਇਰ ਨਾ ਲਾਵੇ ਤਾਂ ਉਹਦੀਆਂ ਇੱਥੇ ਰੂਲਾਂ ਨੂੰ ਕੋਈ ਨਹੀਂ ਪੁੱਛਦਾ। ਪਰ ਬਹੁਤ ਮਾੜੀ ਗੱਲ ਹੈ ਕਿ ਆਪਣੇ ਹੱਕ ਲੈਣ ਦੇ ਲਈ 20-20 ਸਾਲ 24-24 ਸਾਲ ਤੱਕ ਇਦਾਂ ਲੜਾਈ ਲੜਨੀ ਹੋਵੇ ਤਾਂ
ਧੰਨਵਾਦ ਕਰਨਾ ਚਾਹੀਦਾ ਤੁਹਾਡੀ ਜਥੇਬੰਦੀ ਦਾ ਕਿ ਤੁਸੀਂ ਲੜ ਰਹੇ ਹੋ, ਕਿਉਂਕਿ ਜਿਹੜੇ ਗਰੀਬ ਬੰਦੇ ਨੇ ਨਾ ਤਾਂ ਉਹਨਾਂ ਨੂੰ ਇੰਨੀ ਸਮਝ ਹੈ, ਨਾ ਉਹਨਾਂ ਕੋਲੇ ਕੋਈ ਆਰਥਿਕ ਤੌਰ ਤੇ ਇੰਨਾ ਕੁਝ ਹੈਗਾ ਕਿ ਉਹ ਆਪਣੇ ਤੌਰ ਤੇ ਆਪਣੇ ਲੈਵਲ ਤੇ ਜਾ ਕੇ ਇੰਨੇ ਗੇੜੇ ਰੋਜ਼ੀ ਰੋਟੀ ਛੱਡ ਕੇ ਦਿਹਾੜੀਆਂ ਛੱਡ ਕੇ ਜਾ ਸਕਣ ਜਾਂ ਆ ਸਕਣ। ਬਿਲਕੁਲ ਰਾਣਾ ਜੀ, ਵੀ ਇਹ ਵਿਚਾਰਾ ਬਜ਼ੁਰਗ ਮੋਦਨ ਸਿੰਘ ਦਿਹਾੜੀ ਲਾ ਕੇ, ਆਗਾਂ ਦੀ ਦਿਹਾੜੀ ਕਦੇ ਹੈ ਨਾ, ਕਿਵੇਂ 70 ਸਾਲ ਦੀ ਅਸੀਂ ਤਾਂ ਉਮਰ ਸੀ ਉਹਦੀ, ਉਹ ਦਿਹਾੜੀ ਲਾ ਕੇ ਕਈ ਵਾਰੀ ਮੈਨੂੰ 100-200 ਰੁਪਈਆ ਦੇ ਕੇ ਜਾਂਦਾ ਹੁੰਦਾ ਸੀ ਵੀ ਤੁਸੀਂ ਆ ਚਿੱਠੀਆਂ ਦੇ ਤਾਂ ਲੈ ਲਓ ਜੀ। ਇਹ ਤਾਂ ਮਤਲਬ ਮੈਂ ਉਹਨੂੰ ਕਹਿਣਾ ਵੀ ਨਹੀਂ ਕੋਈ ਗੱਲ ਨਹੀਂ, ਮੈਨੂੰ ਯਕੀਨ ਆ ਤੇਰਾ ਹੱਕ ਤੈਨੂੰ ਮਿਲੂਗਾ, ਤੇ ਜਦੋਂ ਉਹ ਸਾਰਾ ਬਕਾਇਆ ਤੈਨੂੰ ਮਿਲੂਗਾ ਉਹਦੇ ਵਿੱਚੋਂ ਸਾਡੇ ਵਕੀਲਾਂ ਨੇ ਤੇ ਮੈਂ ਆਪੇ ਲੈ ਲੂੰਗਾ, ਤੂੰ ਬੇਫਿਕਰ ਰਹਿ। ਅੱਛਾ, ਕਈ ਵਾਰੀ ਕੋਈ ਸਮਾਂ ਇਸ ਤਰ੍ਹਾਂ ਦਾ ਆਉਂਦਾ ਜਦੋਂ ਬਈ ਲੱਗਦਾ ਵੀ ਯਾਰ ਵੀ ਹਾਰ ਗਏ, ਵੀ ਨਹੀਂ ਬਹੁਤ ਔਖਾ ਸਿਸਟਮ ਨਾਲ ਲੜਨਾ? ਨਹੀਂ, ਇਸ ਤਰ੍ਹਾਂ ਦਾ ਖੈਰ ਰਾਣਾ ਜੀ ਅਜੇ ਤੱਕ ਤਾਂ ਨਹੀਂ ਆਇਆਗਾ, ਕਿਉਂਕਿ ਐਂ ਜੇ ਲੱਗਦਾ ਨਿਰਾਸ਼ਾ ਹੁੰਦੀ ਕਦੇ? ਨਹੀਂ, ਐਂ ਲੱਗਦਾ ਵਾ ਨਿਰਾਸ਼ਾ ਇਸ ਗੱਲ ਦੀ ਤਾਂ ਹੁੰਦੀ ਆ ਵੀ ਜਿਹੜੇ ਕੁਰਸੀਆਂ ਤੇ ਬੈਠੇ ਅਫਸਰ ਤੇ ਮੁਲਾਜ਼ਮ ਆ, ਉਹ ਗਰੀਬ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਵਾ, ਉਹਨਾਂ ਦੀ ਸੱਚਾਈ ਆ, ਉਹਨੂੰ ਸਮਝਦੇ ਨਹੀਂ, ਉਹਨਾਂ ਦੇ ਦਰਦ ਨੂੰ ਨਹੀਂ ਸਮਝ ਰਹੇ। ਇਸ ਗੱਲ ਦਾ ਦੁੱਖ ਤੇ ਜਾਂ ਨਿਰਾਸ਼ਾ ਤਾਂ ਆਉਂਦੀ ਆ, ਪਰ ਇਸ ਗੱਲ 'ਚ ਕਦੇ ਨਿਰਾਸ਼ਾ ਨਹੀਂ ਆਉਂਦੀਗੀ ਕਿ ਜਦੋਂ ਅਸੀਂ ਲੜ ਕੇ ਕੁਝ ਪ੍ਰਾਪਤ ਕਰਦੇ ਉਦੋਂ ਸਕੂਨ ਮਿਲਦਾ ਵਾ। ਉਦੋਂ ਤਾਂ ਸਿਰਫ ਇਹ ਦਿਸਦਾ ਹੁੰਦਾ ਵਾ ਜਿਵੇਂ ਕਹਿ ਲਈਏ ਵੀ ਅਰਜਨ ਨੂੰ ਉਹ ਮੱਛੀ ਦੀ ਅੱਖ ਦਾ ਤਾਰਾ ਦੇ, ਸਾਨੂੰ ਤਾਂ ਆਈ ਦੀਦਾ ਹੁੰਦਾ ਵਾ ਵੀ ਕਿਹੜਾ ਵੇਲਾ ਵੀ ਅਸੀਂ ਉਹ ਨਿਸ਼ਾਨੇ ਤੇ ਪਹੁੰਚਣਾ ਵਾ, ਕਿਉਂਕਿ ਸਾਨੂੰ ਦਿਸ ਰਿਹਾ ਹੁੰਦਾ ਵਾ। ਬੜੇ ਕੇਸ ਇਸ ਤਰ੍ਹਾਂ ਦੇ ਹੋਰ ਵੀ ਬੜੇ ਮਾਮਲੇ ਨੇ। ਚਲੋ ਤੁਸੀਂ ਲੱਗੇ ਰਹੋ, ਜ਼ਰੂਰ ਜਿੱਤ ਕਹਿੰਦੇ ਸੰਘਰਸ਼ ਚੋਂ ਮਿਲਦੀ ਆ, ਜਿੱਤ ਜਿਹੜੀ ਉਹ ਮਿਲਦੀ ਰਹੂਗੀ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਸੌਦਾਗਰ ਸਿੰਘ ਲਾਪਤਾ ਹੋਇਆ ਤਾਂ ਉਸਦੇ ਪਰਿਵਾਰ ਨੂੰ ਬੈਨੀਫਿਟਸ ਨਹੀਂ ਮਿਲੇ, ਤੇ ਜਿਹੜੀ ਹਿਊਮਨ ਰਾਈਟਸ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਉਹ ਲੜਾਈ ਲੜ ਰਹੀ ਹੈ। ਤੇ ਇਸ ਵੇਲੇ ਸਤਿੰਦਰਪਾਲ ਸਿੰਘ ਧਾਲੀਵਾਲ ਐਡਵੋਕੇਟ ਸਾਹਿਬ ਸਾਡੇ ਨਾਲ ਨੇ, ਜਿਹੜੇ ਲੀਗਲ ਐਡਵਾਈਜ਼ਰ ਨੇ ਇਸ ਸੰਸਥਾ ਦੇ, ਤੇ ਇਹ ਵੀ ਜਿੰਨੀ ਵੀ ਜਿਹੜੀ ਲੀਗਲੀ ਪੈਰਵਾਈ ਹੈਗੀ ਹੈ, ਕਾਨੂੰਨੀ ਕਾਰਵਾਈ ਹੈਗੀ ਉਹ ਕਰਦੇ ਨੇ। ਧਾਲੀਵਾਲ ਸਾਹਿਬ, ਜਿਸ ਢੰਗ ਦੇ ਨਾਲ ਇਸ ਕੇਸ ਦੇ ਵਿੱਚ ਹੋਇਆ ਕਿ ਇੰਨਾ ਸਮਾਂ ਕਿਉਂ ਲੱਗ ਗਿਆ, ਕਿ ਰੂਲ ਰੈਗੂਲੇਸ਼ਨ ਦੀ ਵਾਇਓਲੇਸ਼ਨ ਹੋਈ ਹੈ? ਤਾਂ ਜੇ ਹੋਈ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਹੋਏ ਨੇ, ਕੀ ਕਹਿੰਦੇ ਨੇ ਕਾਨੂੰਨ, ਕੀ ਕਹਿੰਦਾ ਜੀ? ਰਾਣਾ ਜੀ, ਇੱਕ ਐਕਚੁਅਲੀ ਨਾ ਸਾਡੇ ਜਦੋਂ ਨੋਟਿਸ 'ਚ ਆਈ ਗੱਲ, ਤਾਂ ਜਿਹੜੇ ਮੋਦਨ ਸਿੰਘ ਆ ਉਹਨਾਂ ਕੋਲ ਇੱਕੋ ਹੀ ਚਿੱਠੀ ਸੀ ਜਿਹੜੀ ਉਹਨਾਂ ਨੇ ਗੁੰਮਸ਼ੁਦਗੀ ਤੋਂ ਬਾਅਦ ਡਿਪਾਰਟਮੈਂਟ ਨੂੰ ਦਿੱਤੀ ਸੀ ਜੀ, ਤੇ ਸਾਡੇ ਕੋਲ ਹੋਰ ਕੋਈ ਦਸਤਾਵੇਜ਼ ਨਹੀਂ ਸੀ, ਕੋਈ ਪੇਪਰ ਨਹੀਂ ਸੀਗਾ ਵੀ ਇਹ ਕੇਸ ਦਾ ਅਸੀਂ ਕਰੀਏ ਕੀ। ਤਾਂ ਸਾਨੂੰ ਸਭ ਤੋਂ ਪਹਿਲਾਂ ਅਸੀਂ ਆਰਟੀਆਈ ਪਾਈ। ਇੱਕ ਆਰਟੀਆਈ ਨੂੰ ਡਿਸਾਈਡ ਕਰਨ ਦੇ ਲਈ 30 ਦਿਨ ਹੁੰਦੇ ਆ ਐਜ਼ ਪਰ ਰੂਲ। ਜਿਹੜਾ ਪ੍ਰੋਵੀਜ਼ਨ ਕਹਿ ਰਿਹਾ ਵੀ 30 ਦਿਨ 'ਚ ਤੁਸੀਂ ਆਰਟੀਆਈ ਡਿਸਾਈਡ ਕਰੋ, ਬਟ ਐਕਚੁਅਲ 'ਚ ਉਹ ਡਿਸਾਈਡ ਹੁੰਦੀ ਆ 8-9 ਮਹੀਨੇ, ਕਿਉਂਕਿ ਆਰਟੀਆਈ ਦੀ ਐਪਲੀਕੇਸ਼ਨ 30 ਦਿਨਾਂ 'ਚ, ਫਿਰ ਉਹਦੀ ਪਹਿਲੀ ਅਪੀਲ, ਫਿਰ ਅਸੀਂ ਸੈਕੰਡ ਅਪੀਲ ਕਰਦੇ ਹਾਂ, ਜੋ ਮਤਲਬ ਇਸ ਕਰਕੇ ਲੰਮਾ ਸਮਾਂ ਲੱਗ ਜਾਂਦਾ ਹੈ ਕਿ ਆਰਟੀਆਈ ਨੂੰ 30 ਦਿਨ ਦੀ ਬਜਾਏ ਤੁਹਾਨੂੰ ਸਾਲ ਲੱਗ ਜਾਂਦਾ ਕਈ ਵਾਰੀ। ਪਹਿਲੀ ਵਾਰ ਚ ਆਰਟੀਆਈ ਕੋਈ ਦੇਣੀ ਨਹੀਂ ਚਾਹੁੰਦਾ ਇਨਫੋਰਮੇਸ਼ਨ। ਬਿਲਕੁਲ ਜੀ, ਕੋਈ ਨਹੀਂ ਦਿੰਦਾ। ਉਹ ਫਸਟ ਅਪੀਲ ਦੇ ਵਿੱਚ ਵੀ ਜਾਂਦੇ ਆ, ਤਾਂ ਫਿਰ ਸਾਨੂੰ ਸੈਕੰਡ ਅਪੀਲ ਦੇ ਵਿੱਚ ਜਾ ਕੇ ਸੈਕੰਡ ਅਪੀਲ 'ਚ ਦੇ ਦਿੰਦੇ ਆਫਟਰ ਇਸ਼ੂਇੰਗ ਆਫ ਨੋਟਿਸ। ਜਦੋਂ ਨੋਟਿਸ ਹੁੰਦਾ ਉਦੋਂ ਫੋਨ ਆਉਂਦਾ ਵੀ ਤੁਹਾਡੀ ਜੀ ਆਰਟੀਆਈ ਆਈ ਸੀਗੀ, ਵੀ ਦੱਸੋ ਤੁਸੀਂ ਕੀ ਲੈਣਾ ਚਾਹੁੰਦੇ ਹੋ। ਉਦੋਂ ਵੀ ਰਿਕਾਰਡ ਨਹੀਂ ਦਿੱਤਾ ਜਾਂਦਾ, ਉਦੋਂ ਪੁੱਛਿਆ ਜਾਂਦਾ ਵੀ ਤੁਸੀਂ ਕੀ ਲੈਣਾ ਚਾਹੁੰਦੇ ਹੋ। ਮਤਲਬ ਜੇ ਇੱਕ ਆਰਟੀਆਈ ਨੂੰ ਇੱਕ ਟਾਈਮ ਇੰਨਾ ਸਮਾਂ ਲੱਗਦਾ, ਫਿਰ ਦੂਜੇ ਵਿਭਾਗ ਦੀ, ਫਿਰ ਤੀਜੇ ਦੀ, ਫਿਰ ਚੌਥਾ, ਉਹ ਸਮਾਂ ਬਹੁਤ ਲੱਗ ਜਾਂਦਾ ਹੈ। ਬਹੁਤ ਸਮਾਂ ਸਰ ਉਸ 'ਚ ਲੱਗ ਜਾਂਦਾ। ਔਰ ਸੈਕੰਡ ਅਪੀਲ 'ਚ ਵੀ ਜਾ ਕੇ ਅਕਸਰ ਕੀ ਹੁੰਦਾ, ਰਿਕਾਰਡ ਮਿਲਦਾ, ਫਿਰ ਅਸੀਂ ਉਹ 'ਤੇ ਕਾਰਵਾਈ ਕਰਦੇ ਹਾਂ। ਜਿਸ ਢੰਗ ਦੇ ਨਾਲ ਹੁਣ ਇਸ ਮਾਮਲੇ ਦੇ ਵਿੱਚ ਪੈਨਸ਼ਨ ਤਾਂ ਲੱਗ ਗਈ, ਪਰ ਪੈਨਸ਼ਨ ਬਹੁਤ ਦੇਰ ਬਾਅਦ 2017 ਦੇ ਬਾਅਦ ਚ ਲੱਗੀ। ਜਿਹੜਾ ਹੁਣ ਵਿਚਲਾ 17 ਤੇ 5 22 ਸਾਲ ਦਾ ਜਿਹੜਾ ਸਮਾਂ ਹੈ, ਉਹਦੇ ਲਈ ਉਹ ਵੀ ਮਿਲ ਸਕਦੇ ਨੇ ਪੈਸੇ? ਬਿਲਕੁਲ ਸਰ, ਕਿਉਂਕਿ ਜਿਹੜੀ ਐਕਚੁਅਲ 'ਚ ਗਾਈਡਲਾਈਨਸ ਆ, ਜਿਹੜੀ ਪੰਜਾਬ ਸਰਕਾਰ ਨੇ ਵੀ 1986 'ਚ ਕੀਤਾ ਸੀ, 29 ਅਗਸਤ 1986 ਨੂੰ ਇਹ ਡਿਸਾਈਡ ਹੋਇਆ ਸੀ ਵੀ ਜੇਕਰ ਕੋਈ ਵੀ ਗਵਰਨਮੈਂਟ EMPLOYEE ਮਿਸਿੰਗ ਹੁੰਦਾ ਤਾਂ ਉਹਦਾ ਵੀ ਨੋਮੀਨੀ ਜਿਹੜਾ ਵੀ ਹੋਏਗਾ, ਉਹ ਜਦੋਂ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਦੇਗਾ, ਤਾਂ ਉਸ ਤੋਂ ਬਾਅਦ ਉੱਤੇ ਕੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ, ਕੀ ਜ਼ਰੂਰਤ ਆ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ, ਬੈਨੀਫਿਟਸ ਲੈਣ ਦੇ ਲਈ। ਪਹਿਲੀ ਗੱਲ ਤਾਂ ਪੁਲਿਸ ਨੂੰ ਉਹਦੀ ਰਿਪੋਰਟ ਕੀਤੀ ਜਾਵੇ। ਇਟ ਮੇ ਬੀ FIR ਵੀ ਕਹਿ ਸਕਦੇ ਹੋ ਉਹਨੂੰ, ਡੇਲੀ ਰਿਪੋਰਟ ਵੀ ਕਹਿ ਸਕਦੇ ਆ ਤੁਸੀਂ, DDR ਵੀ ਕਹਿ ਸਕਦੇ ਹੋ, ਤੇ ਕਿਸੇ ਤਰੀਕੇ ਨਾਲ ਵੀ ਉਹ ਸੰਬੰਧਿਤ ਪੁਲਿਸ ਥਾਣੇ ਕੋਲ ਉਹਦੀ ਰਿਪੋਰਟ ਹੋਣੀ ਚਾਹੀਦੀ ਆ। ਦੂਜਾ ਵੀ ਜਿਹੜਾ ਨੋਮੀਨੀ ਆ ਜਾਂ ਉਹਦਾ ਕੋਈ ਜਿਹੜਾ ਡਿਪੈਂਡੈਂਟ ਆ, ਉਹਦੇ ਵੱਲੋਂ ਡਿਪਾਰਟਮੈਂਟ ਨੂੰ ਵੀ ਬੇਨਤੀ ਕੀਤੀ ਜਾਵੇ ਵੀ ਸਾਡਾ ਜੀ ਜਿਹੜਾ ਵੀ ਕੋਈ ਬੰਦਾ ਹੈਗਾ, ਪਰਸਨ ਜਿਹੜਾ ਤੁਹਾਡਾ EMPLOYEE ਆ, ਵੀ ਉਹ ਗੁੰਮਸ਼ੁਦਾ ਵਾ, ਵੀ ਉਹਦੇ ਤੇ ਕਾਰਵਾਈ ਕਰੋ। ਸਾਡੀ ਜਿਹੜੀ ਅਸਿਸਟੈਂਸ ਆ ਸਾਨੂੰ, ਮੈਂ ਇਹੀ ਸਮਝਣਾ ਚਾਹੁੰਦਾ ਸੀਗਾ ਵੀ ਜੇ ਮਹਿਕਮਾ ਮੰਨ ਗਿਆ ਜੀ ਬਈ ਹਾਂ ਬੈਨੀਫਿਟ ਅਸੀਂ ਦੇਣੇ ਨੇ, ਉਹਨਾਂ ਨੇ ਪੈਨਸ਼ਨ ਵੀ ਲਾਤੀ, ਉਹ 2017 ਤੋਂ ਕਿਉਂ ਲਾਈ? ਉਹ 1996 ਜਾਂ 95 ਤੋਂ ਬਾਅਦ ਕਿਉਂ ਨਹੀਂ ਲਾਈ ਹੈਗੀ? ਕਿਉਂਕਿ ਜੀ ਇੱਥੇ ਕੀ ਹੋਇਆ ਸੀਗਾ, ਅਸੀਂ ਜਦੋਂ ਸਿਵਲ ਡੈਥ ਡਿਕਲੇਅਰ ਕਰਵਾਈ, ਸਿਵਲ ਸੂਟ ਪਾਇਆ ਫॉर ਡੈਕਲੇਰੇਸ਼ਨ ਆਫ ਸਿਵਲ ਡੈਥ, ਤੇ ਉਸ ਤੋਂ ਬਾਅਦ ਜਿਹੜੀ ਡਿਕਰੀ ਨੂੰ ਉਹਨਾਂ ਨੇ ਆਧਾਰ ਬਣਾ ਲਿਆ ਵੀ ਡਿਕਰੀ ਜਿਹੜੀ ਪਾਸ ਆਈ ਉਹ 2017 ਚ ਹੋਈ ਹੈ।
ਐਕਚੁਅਲ 'ਚ ਇਹ ਬਿਲਕੁਲ ਗਲਤ ਹੋਇਆ। ਇੱਥੇ ਐਕਚੁਅਲ 'ਚ ਹੋਣਾ ਚਾਹੀਦਾ ਜੀ ਫਰੋਮ ਦਾ ਡੇਟ ਆਫ ਮਿਸਿੰਗ, ਫਰੋਮ ਦਾ ਡੇਟ ਆਫ FIR ਰਜਿਸਟਰਡ ਜਾਂ ਡੇਟ ਆਫ ਰਿਪੋਰਟ ਟੂ ਦੀ ਪੁਲਿਸ ਆਫੀਸਰ, ਇਹ ਉੱਤੋਂ ਹੋਣੀ ਚਾਹੀਦੀ ਸੀ। ਉਹ ਵੀ ਸਾਡੀ ਕਾਰਵਾਈ ਚੱਲ ਰਹੀ ਹੈ ਤੇ ਅਸੀਂ ਸਾਨੂੰ ਆਸ ਆ ਵੀ ਅਸੀਂ ਜਲਦੀ ਉਹ 'ਚ ਕਾਮਯਾਬ ਹੋਵਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੇ ਡਿਪਾਰਟਮੈਂਟਾਂ ਦੇ ਵਿੱਚ ਇਸ ਤਰ੍ਹਾਂ ਕਾਰਨ ਕੀ ਲੱਗਦਾ ਕਿ ਕਿਉਂ ਹੁੰਦਾ ਹੈ ਇਹ ਜਿਹੜਾ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਹੈ, ਕਿਸੇ ਨੂੰ ਇਨਸਾਫ ਨਹੀਂ ਮਿਲਦਾ, ਇਹਨਾਂ ਚਿਰ ਬੈਨੀਫਿਟਸ ਨਹੀਂ ਮਿਲਦੇ ਹੈਗੇ? ਦੇਖੋ ਉੱਥੇ ਤਾਂ ਨੈਗਲੀਜੈਂਸ ਆਫ ਡਿਪਾਰਟਮੈਂਟ ਕਹਿ ਸਕਦੇ ਹਾਂ। ਆਫੀਸਰਸ ਜਿਹੜੇ ਹੈਗੇ ਆ ਉਹ ਉਸ ਚੀਜ਼ ਨੂੰ ਚੰਗੇ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਨਹੀਂ ਕਰਦੇ, ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ। ਕੁਝ ਕੁ ਸਾਡੀ ਅਨਪੜ੍ਹਤਾ ਵੀ ਹੁੰਦੀ ਹੈ ਵੀ ਅਸੀਂ ਉਹਨੂੰ ਪ੍ਰੋਪਰ ਪ੍ਰੋਸੀਜਰ ਜੋ ਵੀ ਐਪਲੀਕੈਂਟ ਆ ਉਹਨੂੰ ਉਹ ਅਪਲਾਈ ਨਹੀਂ ਕਰਦਾ ਔਰ ਉਹਦੀ ਪੈਰਵਾਈ ਨਹੀਂ ਕਰਦਾ। ਇੱਥੇ ਬਸ ਦੋ ਹੀ ਗੱਲਾਂ ਹੁੰਦੀਆਂ, ਜਾਂ ਤੀਜੀ ਗੱਲ ਇਹ ਹੋ ਸਕਦੀ ਹੈ ਜੀ, ਜਾਂ ਉਹਨਾਂ ਨੂੰ ਕੁਝ ਲਾਲਚ ਹੋ ਸਕਦਾ ਕਿਸੇ ਵੀ ਤਰੀਕੇ ਨਾਲ ਆਫੀਸਰਸ ਨੂੰ ਵੀ ਮੇਰੇ ਕੋਲ ਪਹਿਲਾ ਬੰਦਾ ਆਵੇ ਫਿਰ ਮੈਂ ਕੋਈ ਕਾਰਵਾਈ ਕਰੂੰਗਾ, ਨਹੀਂ ਤਾਂ ਅਦਰਵਾਈਜ਼ ਪੈਂਡਿੰਗ ਹੀ ਰਹਿੰਦਾ, ਡਿਲੇ ਰਹਿੰਦਾ। ਅਲਟੀਮੇਟਲੀ ਕੀ ਹੁੰਦਾ, ਕੁਝ ਸਮੇਂ ਬਾਅਦ ਜਾ ਕੇ ਉਹ ਕੇਸ ਹੀ ਉਹ ਮਿਸਪਲੇਸ ਹੀ ਹੋ ਜਾਂਦਾ। ਚਲੋ ਬਹੁਤ ਧੰਨਵਾਦ ਵਕੀਲ ਸਾਹਿਬ ਗੱਲਬਾਤ ਕਰਨ ਦੇ ਲਈ। ਜਿਸ ਢੰਗ ਦੇ ਨਾਲ ਤੁਸੀਂ ਇਹ ਗੱਲਬਾਤ ਸੁਣੀ ਹੈ ਤੇ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਕੁਝ ਸੰਸਥਾਵਾਂ ਨੇ ਜਿਹੜੀਆਂ ਹਿਊਮਨ ਰਾਈਟਸ, ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵਰਗੀਆਂ, ਜਿਹੜੀਆਂ ਇਸ ਢੰਗ ਨਾਲ ਕੰਮ ਕਰ ਰਹੀਆਂ ਨੇ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜਿਨ੍ਹਾਂ ਨੂੰ ਕੋਈ ਵੀ ਇਨਸਾਫ ਦੇਣ ਲਈ ਤਿਆਰ ਨਹੀਂ ਹੈਗਾ ਤੇ ਕਿੰਨੇ ਸਾਲਾਂ ਦੀ ਲੜਾਈ ਲੜਨੀ ਪੈਂਦੀ ਹੈ। RTI ਦੇ ਜ਼ਰੀਏ, ਅਦਾਲਤਾਂ ਦੇ ਜ਼ਰੀਏ, ਵੱਖ-ਵੱਖ ਵਿਭਾਗਾਂ ਦੇ ਨਾਲ ਲੜਨਾ ਪੈਂਦਾ ਹੈ। ਪਰ ਸਾਡੇ ਦੇਸ਼ ਦੇ ਵਿੱਚ ਇਨਸਾਫ ਲੈਣਾ ਕਿੰਨਾ ਔਖਾ ਹੈ ਤੁਸੀਂ ਸਮਝ ਹੀ ਗਏ ਹੋਵੋਗੇ। ਫਿਲਹਾਲ ਕੈਮਰਾਮੈਨ ਗਗਨ ਦੇ ਨਾਲ ਰਣਬੀਰ ਸਿੰਘ ਰਾਣਾ।